ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਐਜੂਕੇਟ ਪੰਜਾਬ ਪ੍ਰੋਜੈਕਟ ਅਤੇ ਗੁਰੂ ਨਾਨਕ ਮਲਟੀ ਯੂਨੀਵਰਸਿਟੀ ਵੱਲੋਂ ਜਿੰਨੇ ਵੀ ਵਿਦਿਆਰਥੀ ਇਸ ਕੈਂਪ ਦੇ ਵਿੱਚ ਜੁੜੇ ਹਨ, ਮਾਪੇ, ਹੋਰ ਵੀਰ ਭੈਣ ਭਰਾ ਜੋ ਜਿੰਨੇ ਵੀ ਹਾਜ਼ਰ ਹੋਏ ਆ, ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਦਾ ਕੈਂਪ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਉਸ ਵਾਹਿਗੁਰੂ ਦੇ ਸਿਮਰਨ ਨਾਲ, ਜੋ ਜਾਪ ਦੀ ਸੇਵਾ ਲੈ ਰਹੀ ਹੈ ਈਸ਼ਾ ਜੋਨ ਰੋਪੜ ਤੋਂ 11403 EPP ਨੰਬਰ 11403 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਬੇਟੀ ਈਸ਼ਾ ਜੀ ਦਾ। ਸੋ ਹੁਣ ਆਪਾਂ ਕੀਰਤਨ ਦੇ ਨਾਲ ਜੁੜਦੇ ਹਾਂ ਜੀ। ਅੱਜ ਦੀ ਕੀਰਤਨ ਦੀ ਸੇਵਾ ਲੈ ਰਹੇ ਹਨ ਰਮਨਪ੍ਰੀਤ ਕੌਰ, ਜਸਕੀਰਤ ਸਿੰਘ 11447 ਤੇ 11448 ਜੋਨ ਮੋਗਾ ਤੋਂ ਜੀ। ਸਤਿਗੁਰ ਪ੍ਰਸਾਦ। ਬਾਣੀ ਗੁਰੂ ਬਾਣੀ ਗੁਰਬਾਣੀ ਕਾ ਸੇਵਨ ਗੁਰੂ ਕਰੀ ਪਰਵਾਜ ਕਰੀ ਪਰਵਾਜ ਕਰੀ ਪਰਵਾਜ। ਹਰਿ ਜੀਓ ਸਤਿਗੁਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਬੱਚਿਆਂ ਦਾ, ਬੜੀ ਪਿਆਰੀ ਆਵਾਜ਼ ਦੇ ਵਿੱਚ ਬੜਾ ਸੋਹਣਾ ਕੀਰਤਨ ਸੁਣਾਇਆ ਹੈ। ਸੋ ਬਹੁਤ ਬਹੁਤ ਧੰਨਵਾਦ ਜੀ। ਸਤਿਗੁਰ ਜੀ ਕਿਰਪਾ ਕਰਨ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ। ਸਾਰੇ ਅਰਦਾਸ ਬੇਨਤੀ ਕਰੀਏ ਵਾਹਿਗੁਰੂ ਜੀ ਅੱਗੇ ਕਿ ਸਾਨੂੰ ਵੀ ਉਹ ਨਾਮ ਦਾ ਕਿਣਕਾ ਝੋਲੀ ਵਿੱਚ ਪਾ ਦੇਣ। ਇਸੇ ਤਰ੍ਹਾਂ ਸੰਗਤ ਵਿੱਚੋਂ ਸਾਨੂੰ ਵੀ ਉਹ ਆਨੰਦ ਆਉਂਦਾ ਰਹੇ। ਸੋ ਅੱਜ ਸਾਡੇ ਨਾਲ ਲੁਧਿਆਣੇ ਤੋਂ ਵੀਰ ਸਰਬਜੀਤ ਸਿੰਘ ਜੀ ਜੁੜੇ ਹਨ, ਜਿਨ੍ਹਾਂ ਨੇ ਸਾਡੇ ਨਾਲ ਬੱਚਿਆਂ ਨਾਲ ਸਾਂਝ ਪਾਉਣੀ ਹੈ ਗੁਰੂ ਤੇ ਭਰੋਸਾ। ਤੇ ਇਸ ਤੋਂ ਪਹਿਲਾਂ ਕੁਝ ਬੇਨਤੀ ਹੈ ਬੱਚਿਆਂ ਨੂੰ ਕਿ ਜਿਹੜੇ ਹੈਂਡ ਰੇਜ਼ ਕਰ ਰਹੇ ਨੇ, ਪਲੀਜ਼ ਪਹਿਲਾਂ ਉਹ ਸੁਣੋ। ਜੋ ਅਸੀਂ ਸੁਣਾਂਗੇ ਉਹਦੇ ਅਕੋਰਡਿੰਗ ਜੋ ਸਾਡੇ ਮਨ ਦੇ ਵਿੱਚ ਸਵਾਲ ਪੈਦਾ ਹੋਣਗੇ, ਸੁਣ ਕੇ ਜੋ ਵੀ ਸਾਡੇ ਮਨ ਦੇ ਵਿੱਚ ਕੋਈ ਸਵਾਲ ਪੈਦਾ ਹੁੰਦੇ ਆ ਤਾਂ ਉਸ ਸਵਾਲਾਂ ਨੂੰ ਲੈ ਕੇ ਆਪਣਾ ਹੈਂਡ ਰੇਜ਼ ਕਰਨਾ ਹੈ ਵੀ ਅਸੀਂ ਆਹ ਸਵਾਲ ਕਰਨਾ ਹੈ ਜੀ, ਤੇ ਉਹੀ ਬੱਚਿਆਂ ਨੂੰ ਲਿਆ ਜਾਵੇਗਾ। ਜਿਹੜੇ ਪਹਿਲਾਂ ਹੈਂਡ ਰੇਜ਼ ਕਰ ਰਹੇ ਨੇ ਉਹਨਾਂ ਨੂੰ ਨਹੀਂ। ਸੋ ਪਹਿਲਾਂ ਧਿਆਨ ਦੇ ਨਾਲ ਸੁਣਨਾ ਕਰੀਏ, ਸੁਣਨ ਤੋਂ ਬਾਅਦ ਫਿਰ ਆਪਣੇ ਜਿਹੜੇ ਜੋ ਸਵਾਲ ਹੋਣਗੇ ਉਹਨਾਂ ਨੂੰ ਆਪਾਂ ਪੁੱਛਣ ਦੇ ਲਈ ਹੈਂਡ ਰੇਜ਼ ਕਰਨਾ ਹੈ। ਤੇ ਬੇਨਤੀ ਹੈ, ਹੁਣ ਜੇ ਵੀਰ ਸਾਡੇ ਨਾਲ ਵੀਰ ਸਰਬਜੀਤ ਸਿੰਘ ਜੀ ਲੁਧਿਆਣੇ ਤੋਂ ਜੁੜ ਚੁੱਕੇ ਹਨ ਤਾਂ ਉਹਨਾਂ ਨੂੰ ਬੇਨਤੀ ਹੈ ਜੀ ਉਹ ਆਪਣਾ ਆਣ ਜੀ, ਸਵਾਗਤ ਹੈ। ਉਹਨਾਂ ਨੂੰ ਬੇਨਤੀ ਹੈ ਕਿ ਬੱਚਿਆਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ ਜੀ। ਉਹਨਾਂ ਦਾ ਵਿਸ਼ਾ ਹੈ ਗੁਰੂ ਤੇ ਭਰੋਸਾ। ਹਾਂਜੀ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਸਾਧ ਸੰਗਤ ਦੇ ਰੂਪ ਵਿੱਚ ਅੱਜ ਸਮੂਹ ਵਿਦਿਆਰਥੀ ਬੱਚੇ
ਜੋ ਕਿ ਆਧੁਨਿਕ ਮੀਡੀਆ ਦੇ ਯੁੱਗ ਵਿੱਚ ਆਪਾਂ ਇਸ ਇਲੈਕਟ੍ਰੋਨਿਕ ਮੀਡੀਆ ਦੇ ਮਾਧਿਅਮ ਰਾਹੀਂ ਸਤ ਸੰਗਤ ਕਰ ਰਹੇ ਹਾਂ। ਸਤਿਗੁਰ ਦੀ ਬਾਣੀ ਦਾ ਸ਼ਬਦ ਕੀਰਤਨ, ਗੁਰੂ ਦੀਆਂ ਬਾਣੀ ਦੀਆਂ ਵਿਚਾਰਾਂ, ਗੁਰਮੁਖ ਪਿਆਰਿਆਂ ਨੇ ਇਹ ਬਹੁਤ ਹੀ ਸੁੰਦਰ ਉਪਰਾਲਾ ਕੀਤਾ ਹੈ, ਕਿਉਂਕਿ ਮੈਨੂੰ ਮਹਿਸੂਸ ਹੋ ਰਿਹਾ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋਆ। ਸੋ ਸਾਡੇ ਕੋਲ ਇਹ ਆਧੁਨਿਕ ਯੁੱਗ ਵਿੱਚ ਇਲੈਕਟ੍ਰੋਨਿਕ ਮੀਡੀਆ ਦਾ ਯੁੱਗ ਹੈ, ਇਹਨੂੰ ਆਪਾਂ ਕਿਸੇ ਵੀ ਪਾਸੇ ਵਰਤ ਸਕਦੇ ਹਾਂ। ਸੰਸਾਰ ਦੇ ਦੁਨਿਆਵੀ ਲੋਕ ਟਿਕਟੋਕ, ਵਟਸਐਪ, ਇੰਸਟਾਗ੍ਰਾਮ, ਫੇਸਬੁੱਕ ਸੰਸਾਰ ਦੀਆਂ ਖਬਰਾਂ ਲਈ, ਹੋਰ ਗੱਲਾਂ ਬਾਤਾਂ ਲਈ ਯੂਜ਼ ਕਰਦੇ ਹਨ, ਪਰ ਜੋ ਗੁਰਮੁਖ ਪਿਆਰੇ ਹਨ ਉਹ ਇਹਦੀ ਵਰਤੋਂ ਜਿਹੜੀ ਹੈ ਉਸ ਚੱਜੇ ਤਰੀਕੇ ਨਾਲ ਇਸ ਇਲੈਕਟ੍ਰੋਨਿਕ ਮੀਡੀਆ ਦੇ ਰਾਹੀਂ ਆਧੁਨਿਕ ਯੁੱਗ ਵਿੱਚ ਗੁਰੂ ਦੇ ਸ਼ਬਦ ਨਾਲ ਦੂਰ ਦਰੇਡੇ ਬੈਠੇ ਹੋਏ ਵੀ ਜੁੜ ਰਹੇ ਹਨ। ਸਤਿਗੁਰ ਜੀ ਦੀ ਬਾਣੀ ਦਾ ਸ਼ਬਦ ਕੀਰਤਨ ਬਹੁਤ ਪਿਆਰਾ ਬੱਚਿਆਂ ਨੇ ਸਰਵਣ ਕਰਵਾਇਆ ਹੈ। ਅੱਜ ਦਾ ਵਿਸ਼ਾ ਉਸੇ ਸੰਬੰਧ ਵਿੱਚ ਇਹਨਾਂ ਨੇ ਸ਼ਬਦ ਪੜ੍ਹਿਆ ਹੈ, ਗੁਰੂ ਦੇ ਉੱਤੇ ਭਰੋਸਾ। ਜਦੋਂ ਆਪਾਂ ਅਰਦਾਸ ਕਰਦੇ ਹਾਂ, ਸਿੱਖ ਦੀ ਰੋਜ਼ ਦੀ ਜੋ ਅਰਦਾਸ ਹੈ ਉਹਦੇ ਵਿੱਚ ਇੱਕ ਪਹਿਰਾ ਆਉਂਦਾ ਹੈ ਜਿਹਦੇ ਵਿੱਚ ਆਪਾਂ ਅਕਾਲ ਪੁਰਖ ਸਤਿਗੁਰ ਜੀ ਤੋਂ 7 ਦਾਨ ਮੰਗਦੇ ਹਾਂ। ਉਹਨਾਂ 7 ਦਾਨਾਂ ਵਿੱਚੋਂ ਇੱਕ ਦਾਨ ਹੈ ਭਰੋਸਾ ਦਾਨ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਸਾਹ ਦਾਨ, ਭਰੋਸਾ ਦਾਨ, ਇਹ 6ਵੇਂ ਨੰਬਰ ਤੇ ਦਾਨ ਆਉਂਦਾ ਹੈ। 7ਵਾਂ ਦਾਨ ਧਨ ਸਰਦਾਨ ਨਾਮ ਦਾਨ। ਸੋ ਇਹ ਬਹੁਤ ਵੱਡੀ ਬਖਸ਼ਿਸ਼ ਹੈ ਕਿ ਮਨ ਦੇ ਅੰਦਰ ਵਿਸ਼ਵਾਸ ਪੈਦਾ ਹੋਣਾ, ਕਿਉਂਕਿ ਬਿਨਾਂ ਭਰੋਸੇ ਤੋਂ, ਬਿਨਾਂ ਵਿਸ਼ਵਾਸ ਤੋਂ ਕਿਸੇ ਵੀ ਰਿਸ਼ਤੇ ਵਿੱਚ ਪ੍ਰੇਮ ਪੈਦਾ ਨਹੀਂ ਹੁੰਦਾ। ਜਿਹੜੇ ਰਿਸ਼ਤੇ ਵਿੱਚ ਪ੍ਰੇਮ ਨਹੀਂ ਹੈ ਉਸ ਰਿਸ਼ਤੇ ਵਿੱਚ ਬੈਰ, ਵਿਰੋਧ, ਈਰਖਾ, ਦਵੈਸ਼, ਕਾਮ, ਕ੍ਰੋਧ, ਮੋਹ, ਈਰਖਾ, ਦਵੈਸ਼, ਬੈਰ, ਵਿਰੋਧ, ਇਹ ਸਭ ਕੁਝ ਸਵਾਰਥ ਵਸ, ਲੋਭ ਦੇ ਵਸ ਉਹ ਰਿਸ਼ਤੇ ਹਨ। ਜਿਹੜਾ ਰਿਸ਼ਤਾ ਪ੍ਰੇਮ ਵਾਲਾ ਹੈ ਉੱਥੇ ਕੋਈ ਸਵਾਰਥ, ਕੋਈ ਵਿਕਾਰ, ਕੋਈ ਲੋਭ, ਲਾਲਚ, ਵਿਰੋਧ ਨਹੀਂ। ਸੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਸਭ ਤੋਂ ਪਹਿਲਾਂ ਪ੍ਰੇਮ ਜੋ ਹੈ ਉਹ ਬਹੁਤ ਵੱਡੀ ਬਖਸ਼ਿਸ਼ ਹੈ। ਪਰ ਪ੍ਰੇਮ ਤਾਂ ਪੈਦਾ ਹੁੰਦਾ ਸਾਧ ਸੰਗਤ ਜੇ ਵਿਸ਼ਵਾਸ ਹੋਵੇ। ਜੇ ਵਿਸ਼ਵਾਸ ਨਹੀਂ ਫਿਰ ਉਹ ਰਸਤੇ ਵਿੱਚ ਪ੍ਰੇਮ ਪੈਦਾ ਨਹੀਂ ਹੁੰਦਾ। ਇਹ ਗੱਲਾਂ ਤੁਹਾਡੀ ਜ਼ਿੰਦਗੀ 'ਚ ਆਪਣੇ ਸਾਰਿਆਂ ਦੇ ਕੰਮ ਆਉਣਗੀਆਂ। ਕੋਈ ਅਜਨਬੀ ਬੰਦਾ ਮੰਗਤਾ ਜਦੋਂ ਵੀ ਆਪਣੇ ਦਰਵਾਜ਼ੇ ਉੱਤੇ ਆਉਂਦਾ ਹੈ, ਆਪਾਂ ਉਹਨੂੰ ਦਰਵਾਜ਼ੇ ਤੋਂ ਹੀ ਸੇਵਾ ਖੈਰ ਦੇ ਕੇ, ਜੋ ਵੀ ਕੋਈ ਦੇਣਾ ਹੈ ਦਾਨ ਦੇ ਕੇ ਮੋੜ ਦਿੰਦੇ ਹਾਂ। ਘਰ ਦੇ ਅੰਦਰ ਉਸ ਨੂੰ ਨਹੀਂ ਬਿਠਾਉਂਦੇ, ਕਿਉਂ? ਉਸ ਉੱਤੇ ਵਿਸ਼ਵਾਸ ਨਹੀਂ ਹੈ। ਜਿਸ ਉੱਤੇ ਵਿਸ਼ਵਾਸ ਹੋਵੇ ਉਹਨੂੰ ਫਿਰ ਘਰ ਦੇ ਅੰਦਰ ਵੀ ਬਿਠਾਈਦਾ। ਪਿਓ ਤੇ ਪੁੱਤਰ ਦੇ ਰਿਸ਼ਤੇ ਵਿੱਚ ਵਿਸ਼ਵਾਸ ਹੈ ਤਾਂ ਪ੍ਰੇਮ ਵੀ ਹੈ। ਪਿਓ ਦੀ ਸਾਰੀ ਕਮਾਈ ਹੋਈ ਜਾਇਦਾਦ ਉਹਨਾਂ ਬੱਚਿਆਂ ਦੀ ਹੁੰਦੀ ਹੈ, ਔਰ ਜੇ ਪਿਤਾ ਨੂੰ ਵਿਸ਼ਵਾਸ ਨਾ ਰਵੇ, ਭਰੋਸਾ ਨਾ ਰਵੇ, ਤਾਂ ਆਪਣੀ ਤਮਾਮ ਜਾਇਦਾਦ ਤੋਂ ਆਪਣੇ ਬੱਚਿਆਂ ਨੂੰ, ਪੁੱਤਾਂ ਧੀਆਂ ਨੂੰ ਬੇਦਖਲ ਕਰ ਦਿੰਦਾ ਹੈ। ਇਸ ਤਰ੍ਹਾਂ ਪਤੀ ਤੇ ਪਤਨੀ ਦਾ ਰਿਸ਼ਤਾ ਹੈ, ਉਹਦੇ ਵਿੱਚ ਵੀ ਜੇ ਦੋਵਾਂ ਨੂੰ ਇੱਕ ਦੂਜੇ ਤੇ ਵਿਸ਼ਵਾਸ ਹੈ ਤਾਂ ਉਹ ਰਿਸ਼ਤਾ ਪ੍ਰੇਮ ਨਾਲ ਬਣਿਆ ਰਹਿੰਦਾ ਹੈ। ਜੇ ਵਿਸ਼ਵਾਸ ਨਹੀਂ ਤਾਂ ਉਸ ਰਿਸ਼ਤੇ ਵਿੱਚ ਪ੍ਰੇਮ ਪੈਦਾ ਨਹੀਂ ਹੁੰਦਾ, ਉਹ ਰਿਸ਼ਤੇ ਟੁੱਟ ਜਾਂਦੇ ਹਨ। ਜਿਵੇਂ ਪਿਓ ਪੁੱਤਰ ਦਾ, ਭਰਾ ਭਰਾ ਦਾ, ਪਤੀ ਪਤਨੀ ਦਾ ਰਿਸ਼ਤਾ ਵਿਸ਼ਵਾਸ ਦੇ ਸਿਰ ਤੇ ਖੜਾ ਹੈ, ਇਸ ਤਰ੍ਹਾਂ ਸਾਧ ਸੰਗਤ ਗੁਰੂ ਤੇ ਸਿੱਖ ਦਾ ਰਿਸ਼ਤਾ
ਵਿਸ਼ਵਾਸ ਭਰੋਸੇ ਦੇ ਸਿਰ ਤੇ ਖੜਾ ਹੈ। ਜੇ ਵਿਸ਼ਵਾਸ ਹੈ ਤਾਂ ਗੁਰੂ ਨਾਲ ਰਿਸ਼ਤਾ ਨਿਭਦਾ ਹੈ, ਜੇ ਭਰੋਸਾ ਨਹੀਂ ਤਾਂ ਫਿਰ ਇਹ ਰਿਸ਼ਤਾ ਟੁੱਟ ਜਾਂਦਾ ਹੈ। ਇਸ ਲਈ ਗੁਰੂ ਦੇ ਕੋਲੋਂ ਹਰ ਇੱਕ ਸਿੱਖ ਅਰਦਾਸ ਕਰਕੇ ਮੰਗਦਾ ਹੈ, ਮਹਾਰਾਜ ਸਾਨੂੰ ਭਰੋਸੇ ਦੀ ਦਾਤ ਬਖਸ਼ਿਸ਼ ਕਰੋ, ਸਿੱਖੀ ਸਿਦਕ ਭਰੋਸਾ ਬਖਸ਼ੋ। ਕਿਉਂਕਿ ਜੇ ਵਿਸ਼ਵਾਸ ਹੈ ਤਾਂ ਪ੍ਰੇਮ ਹੈ, ਜੇ ਪ੍ਰੇਮ ਹੈ ਗੁਰੂ ਦੇ ਪ੍ਰਤੀ, ਫਿਰ ਉਸੇ ਰਿਸ਼ਤੇ ਵਿੱਚੋਂ ਪ੍ਰਮਾਤਮਾ ਮਿਲਦਾ ਹੈ। ਤਾਂ ਮਹਾਰਾਜ ਜੀ ਨੇ ਜਦੋਂ ਧਰਮ ਦੇ ਕਰਮ ਨਿਤਨੇਮ ਦੀ ਬਾਣੀ ਵਿੱਚ ਤੁਸੀਂ ਪੜ੍ਹਦੇ ਹੋ ਤਾਂ ਪ੍ਰਸਾਦ ਸਵਈਏ, ਉਹਦੇ ਵਿੱਚ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਮਾਮ ਧਰਮ ਦੇ ਕਰਮ ਜਿਹੜੇ ਹਨ ਉਹਨਾਂ ਦੀ ਗਿਣਤੀ ਕੀਤੀ, ਤੇ ਫਿਰ ਅਖੀਰ ਤੇ ਕਿਹਾ ਭਾਈ ਬਿਨਾਂ ਪ੍ਰੇਮ ਤੋਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਕਹਾ ਭਇਓ ਜੋ ਦਊ ਲੋਚਨ ਮੂੰਦ ਕੈ, ਲੋਕ ਗਇਓ ਪਰ ਲੋਕ ਗਵਾਇਓ, बास कियो वख्यान सो बैठ के, ऐसे ही ऐसे सो बैस बतायो, साज कहूँ सुन लियो सब जन प्रेम कियो, तिन ही प्रपायो। सो पातशाह गुरु गोबिंद सिंह महाराज भी कहते भाई जिन्हें प्रेम है वो परमात्मा मिलता। प्रेम उत्थे पैदा होंदा जिथे विश्वास है। सो भरोसा बहुत वड्डी बख्शिश किरपा है। ਜਿਹੜੇ ਰਿਸ਼ਤੇ ਵਿੱਚ ਭਰੋਸਾ ਹੈ, ਵਿਸ਼ਵਾਸ ਹੈ, ਉਹ ਰਿਸ਼ਤਾ ਤੋੜ ਤੱਕ ਨਿਭਦਾ ਹੈ। ਤਾਈਓ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਏਕ ਓਟ ਇੱਕੋ ਆਧਾਰ। ਸਤਿਗੁਰੂ ਜੀ ਨੇ ਕਿਹਾ ਭਾਈ ਅਕਾਲ ਪੁਰਖ ਵਾਹਿਗੁਰੂ ਤੇ ਵਿਸ਼ਵਾਸ ਭਰੋਸਾ ਰੱਖੋ। ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਉਹਨਾਂ ਨੇ ਕਰਵਾਈ ਬੜੀ ਪਿਆਰੀ ਲਿਖੀ। ਉਹ ਕਹਿੰਦੇ ਭਾਈ ਤੇਰਾ ਤੇ ਗੁਰੂ ਦਾ ਰਿਸ਼ਤਾ ਕਿਹੋ ਜਿਹਾ ਹੋਣਾ ਚਾਹੀਦਾ, ਤੇਰਾ ਤੇ ਗੁਰੂ ਦਾ ਸੰਬੰਧ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਕਹਿੰਦੇ ਜਿਵੇਂ ਪਾਣੀ ਦਾ ਤੇ ਮੋਰ ਦਾ ਹੈ। ਪੁੱਛਿਆ ਉਹ ਕਿਵੇਂ, ਤਾਂ ਕਹਿੰਦੇ ਪਾਣੀ ਦੇ ਤਲਾਬ ਉੱਤੇ ਬਾਕੀ ਜੀਵ ਜੰਤੂ ਗਾਈਆਂ ਪਸ਼ੂ ਪਾਣੀ ਪੀਣ ਆਉਂਦੇ ਹਨ। ਜਦੋਂ ਮੱਝਾਂ ਗਾਵਾਂ ਪਾਣੀ ਪੀਣ ਆਉਂਦੀਆਂ ਹਨ ਤਾਂ ਉਹ ਤਲਾਬ ਉੱਤੇ ਪਾਣੀ ਪੀ ਕੇ ਉਸੇ ਤਲਾਬ ਦੇ ਵਿੱਚੋਂ ਲੰਘ ਜਾਂਦੀਆਂ ਹਨ। ਜੀਵ ਜੰਤੂ ਪੰਛੀ ਪਾਣੀ ਪੀਣ ਆਉਂਦੇ ਹਨ, ਉਹਦੇ ਵਿੱਚ ਹੀ ਪੀਂਦੇ ਹਨ, ਉੱਥੇ ਹੀ ਗੰਦਗੀ ਕਰ ਜਾਂਦੇ ਹਨ। ਪਰ ਇੱਕ ਮੋਰ ਹੈ ਜਿਹੜਾ ਤਲਾਬ ਤੇ ਪਾਣੀ ਪੀਣ ਆਉਂਦਾ ਹੈ, ਤਾਂ 2 ਫੁੱਟ ਤਲਾਬ ਤੋਂ ਦੂਰ ਖਲੋ ਕੇ ਲੰਬੀ ਚੁੰਝ ਕਰਕੇ ਗਰਦਨ ਨੀਵੀਂ ਕਰਕੇ ਸਿਰ ਝੁਕਾ ਕੇ ਪਾਣੀ ਪੀਂਦਾ ਹੈ। ਤਾਂ ਫਿਰ ਉਸੇ ਤਰ੍ਹਾਂ 4, 5, 10 ਕਦਮ ਪਿੱਛੇ ਹਟ ਜਾਂਦਾ ਹੈ ਤੇ ਫਿਰ ਉਸ ਪਾਣੀ ਦੇ ਵਿੱਚੋਂ ਲੰਘਦਾ ਨਹੀਂ, ਨਾ ਉਸ ਪਾਣੀ ਵਿੱਚ ਗੰਦਗੀ ਕਰਦਾ। ਇਸ ਤਰ੍ਹਾਂ ਇਹ ਭਾਈ ਗੁਰਸਿੱਖ ਤੇਰਾ ਰਿਸ਼ਤਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਗੁਰੂ ਦੇ ਕੋਲੋਂ ਦਾਤ ਪ੍ਰਾਪਤ ਹੋਈ ਤਾਂ ਤੂੰ ਇਹ ਨਾ ਹੋਵੇ ਕਿ ਭੁੱਲ ਜਾਵੇਂ, ਉਸੇ ਗੁਰੂ ਦੇ ਹੁਕਮ ਤੋਂ ਬਾਹਰ ਚਲਾ ਜਾਏ, ਉਸੇ ਗੁਰੂ ਦੀ ਨਿੰਦਿਆ ਕਰੇ, ਉਸੇ ਗੁਰੂ ਤੇ ਫਿਰ ਬਾਅਦ ਵਿੱਚ ਬੇਵਿਸ਼ਵਾਸੀ ਕਰੇ। ਤੇਰੇ ਅੰਦਰ ਵਿਸ਼ਵਾਸ ਹੋਣਾ ਚਾਹੀਦਾ। ਧਾਈਆਂ ਆਈਆਂ ਗਾਈਆਂ ਸਰਤੇ, ਪੀ ਪਾਣੀ ਕੰਢ ਮੋੜੀ, ਨੱਚਦਾ ਮੋਰ ਆਇਆ ਜਲ ਪੀਤਾ, ਕੰਢ ਨਾ ਮੋੜੀ ਥੋੜੀ। ਤੇ ਕਹਿੰਦੇ ਫਿਰ ਤ੍ਰਿਪਤ ਹੋਏ ਸਨਮੁਖ ਰਹਿ ਤੁਰਦਾ, ਪਾਣੀ ਦੇ ਸਨਮੁਖ ਹੋ ਕੇ ਪਿੱਛੇ ਹੋ ਜਾਂਦਾ। ਤ੍ਰਿਪਤ ਹੋਏ ਸਨਮੁਖ ਰਹਿ ਤੁਰਦਾ, ਜਲ ਤੱਕ ਦਾ ਤੇ ਹਟਦਾ, ਸ਼ਾਲਾ ਤਰੇ ਮੋਰ ਦੀ ਦੇਣੀ ਪੀਰ ਅਜ ਤੁਧ ਨੂੰ ਲੋੜੀ। ਕਹਿੰਦੇ ਭਾਈ ਇਸ ਤਰ੍ਹਾਂ ਤੇਰਾ ਰਿਸ਼ਤਾ ਜਿਵੇਂ ਮੋਰ ਦਾ ਪਾਣੀ ਨਾਲ ਹੈ ਸੰਬੰਧ, ਏਦਾਂ ਗੁਰੂ ਨਾਲ ਹੋਣਾ ਚਾਹੀਦਾ। ਨਹੀਂ ਤੇ ਮਹਾਰਾਜ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਬਖਸ਼ਿਸ਼ ਕਰਦੇ, ਉੱਥੇ ਮਹਾਰਾਜ ਕਹਿੰਦੇ 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ, ਏਕ ਭੀ ਨਾ ਦੇ 10 ਪੀਹਰ ਲੈ, ਤੋ ਮੂੜਾ ਕੋ ਕਹਾਂ ਕਰੇ। ਇਹ ਭਾਈ ਤੂੰ 10 ਚੀਜ਼ਾਂ ਲੈ ਕੇ ਪਦਾਰਥ ਤਾਂ ਫਿਰ ਭੁੱਲ ਜਾਂਦਾ ਹੈ। ਇੱਕ ਚੀਜ਼ ਤੈਨੂੰ ਪ੍ਰਾਪਤ ਨਾ ਹੋਵੇ, ਗੁਰੂ ਨਾਲ ਰੁੱਸ ਜਾਂਦਾ ਹੈ।
ਤੇ ਰੱਬ ਇੱਕ ਵੀ ਨਾ ਦਵੇ 10 ਵੀ ਖੋਲੇ ਫਿਰ ਕੀ ਕਰ ਲੈ। ਇਸ ਤਰ੍ਹਾਂ ਮਹਾਰਾਜ ਜੀ ਨੇ ਕਿਹਾ ਭਾਈ ਗੁਰੂ ਤੇ ਤੇਰਾ ਵਿਸ਼ਵਾਸ ਭਰੋਸਾ ਹੋਣਾ ਚਾਹੀਦਾ, ਤੇ ਜੇ ਗੁਰੂ ਤੇ ਭਰੋਸਾ ਹੈ ਫਿਰ ਕੋਈ ਵੀ ਸਗਨ ਅਪਸਗਨ ਨਹੀਂ, ਕੋਈ ਵੀ ਦਿਨ ਮਾੜਾ ਨਹੀਂ, ਕੋਈ ਵੀ ਮੁਹੂਰਤ ਮਾੜਾ ਨਹੀਂ। ਜਿਹਨੂੰ ਵਿਸ਼ਵਾਸ ਹੈ ਉਹਨੂੰ ਫਿਰ ਯਾਦ ਹੈ ਕਿ ਮਹਾਂ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ਼ਦਾਨ, ਕਿਰਪਾ ਕਰੋ ਹਰੇ। ਉਹਦੇ ਵਾਸਤੇ ਦਿਨ ਮੁਹੂਰਤ ਸਭ ਭਲੇ ਹਨ, ਕਿਉਂਕਿ ਗੁਰੂ ਤੇ ਭਰੋਸਾ ਹੈ। ਜੇ ਵਿਸ਼ਵਾਸ ਨਹੀਂ ਫਿਰ ਲੋਕ ਧਾਗਿਆਂ ਤੇ ਭਰੋਸਾ ਕਰਦੇ। ਇੱਕ ਕਥਾ ਸਾਲ ਕੁ ਪਹਿਲਾਂ ਮੈਂ ਥੋੜੀ ਜਿਹੀ ਬੋਲੀ ਸੀ, ਉਹ ਵੀਡੀਓ ਫੇਸਬੁੱਕ ਤੇ ਵਾਇਰਲ ਹੋਈ। ਸਾਧ ਸੰਗਤ ਕਿਸੇ ਪਰਿਵਾਰ ਦੇ ਘਰ ਅਸੀਂ ਗਏ ਤਾਂ ਉਹ ਬੱਚੀ 10ਵੀਂ ਕਲਾਸ ਵਿੱਚ ਪੜ੍ਹਦੀ, ਉਹਦੇ ਪੈਰ ਉੱਤੇ ਕਾਲਾ ਧਾਗਾ ਬੰਨਿਆ। ਅਸੀਂ ਉਹਨਾਂ ਨੂੰ ਪੁੱਛਿਆ ਇਹ ਬੱਚੀ ਬਿਮਾਰ ਰਹਿੰਦੀ? ਕਹਿੰਦੇ ਨਹੀਂ ਭਾਈ ਸਾਹਿਬ। ਤੁਹਾਨੂੰ ਕੌਣ ਕਹਿੰਦਾ? ਮੈਂ ਕਿਹਾ ਕਹਿੰਦਾ ਕੋਈ ਨਹੀਂ, ਇਹਦੇ ਪੈਰ ਤੇ ਕਾਲਾ ਧਾਗਾ ਬੰਨਿਆ ਤਾਂ ਮੈਨੂੰ ਲੱਗਾ ਸ਼ਾਇਦ ਬਿਮਾਰ। ਕਹਿੰਦੇ ਨਹੀਂ ਨਹੀਂ ਭਾਈ ਸਾਹਿਬ, ਉਦਾਂ ਹੀ ਬੰਨਿਆ, ਚੁੱਪ ਕਰ ਗਏ। ਤਾਂ ਭੈਣ ਜੀ ਨੂੰ ਮੈਂ ਕਿਹਾ ਜੀ ਇਹ ਧਾਗਾ ਕਿਉਂ ਬੰਨਿਆ ਹੋਇਆ? ਤਾਂ ਕਹਿੰਦੀ ਭਾਈ ਸਾਹਿਬ ਜੀ ਉਦਾਂ ਹੀ ਬੰਨਿਆ ਹੋਇਆ, ਨਜ਼ਰ ਨਾ ਲੱਗ ਜਾਏ ਬੱਚਿਆਂ। ਮੈਨੂੰ ਕਿਹਾ ਅੰਮ੍ਰਿਤ ਨਹੀਂ ਛਕਿਆ ਤੁਸੀਂ? ਕਹਿੰਦੇ ਅਸੀਂ ਅੰਮ੍ਰਿਤ ਤਾਂ ਛਕਿਆ ਹੋਇਆ, ਗੁਰਦੁਆਰੇ ਵੀ ਜਾਈਦਾ, ਇਹ ਲੜਕੀ ਨੇ ਨਹੀਂ ਛਕਿਆ। ਫਿਰ ਮੈਂ ਉਹਨੂੰ ਕਿਹਾ ਤੁਹਾਨੂੰ ਅੰਮ੍ਰਿਤ ਛਕਣ ਦਾ ਕੀ ਫਾਇਦਾ? ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਿੱਤੇ ਕੜੇ ਤੇ ਭਰੋਸਾ ਨਹੀਂ, ਅੰਮ੍ਰਿਤ ਤੇ ਭਰੋਸਾ ਨਹੀਂ, ਸ਼ਬਦ ਤੇ ਵਿਸ਼ਵਾਸ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਣ ਦਾ ਫਿਰ ਕੀ ਫਾਇਦਾ? ਤਾਂ ਫਿਰ ਉਹ ਬੜੇ ਹੈਰਾਨ ਹੋ ਗਏ, ਚੁੱਪ ਕਰ ਗਿਆ। ਉਹ ਬੱਚੀ ਨੂੰ ਮੈਂ ਕੋਲ ਬੁਲਾਇਆ ਤਾਂ ਉਸ ਬੱਚੀ ਨੂੰ ਕੋਲ ਸੱਦ ਕੇ ਪੁੱਛਿਆ ਬੇਟਾ ਤੂੰ ਕੀ ਬਣਨਾ ਪੜ੍ਹ ਲਿਖ ਕੇ? ਤਾਂ ਫਿਰ ਬੱਚੀ ਅੱਗੇ ਤੋਂ ਜਵਾਬ ਦਿੰਦੀ, ਉਹ ਕਹਿੰਦੀ ਅੰਕਲ ਮੈਂ ਡਾਕਟਰ ਬਣਨਾ। ਮੈਂ ਉਹਨੂੰ ਕਿਹਾ ਤੈਨੂੰ ਤਾਂ ਡਾਕਟਰ ਬਣਨ ਦਾ ਫਾਇਦਾ ਨਹੀਂ ਕੋਈ, ਤੂੰ ਤਾਂ ਸਾਰੀ ਉਮਰ ਬਿਮਾਰ ਰਹਿਣਾ। ਤਾਂ ਘਰ ਵਾਲੇ ਡਰ ਗਏ, ਕਹਿੰਦੇ ਭਾਈ ਸਾਹਿਬ ਏਦਾਂ ਨਾ ਕਹੋ। ਤਾਂ ਬੱਚੀ ਉਦਾਸ ਹੋ ਗਈ, ਉਹਦੇ ਸਿਰ ਤੇ ਹੱਥ ਰੱਖ ਕੇ ਕਿਹਾ ਪੁੱਤਰ ਤੂੰ ਬਿਮਾਰ ਪਤਾ ਕਿਉਂ ਰਹਿਣਾ? ਕਹਿੰਦੇ ਅੰਕਲ ਕਿਉਂ? ਮੈਨੂੰ ਕਿਹਾ ਜਿਹੜਾ ਕਾਲਾ ਧਾਗਾ ਤੇਰੀ ਮਾਂ ਨੇ ਤੇਰੇ ਪੈਰ ਤੇ ਬੰਨ੍ਹ ਦਿੱਤਾ ਨਾ, ਇਹ ਮਾਨਸਿਕ ਰੋਗ ਆ, ਸਾਈਕੋਲੋਜੀ ਇਫੈਕਟ ਆ, ਇਹਨੇ ਤੈਨੂੰ ਮਾਨਸਿਕ ਤੌਰ ਤੇ ਬਿਮਾਰ ਕਰਨਾ। ਤਾਂ ਉਹ ਬੱਚੀ ਨੂੰ ਮੈਂ ਕਿਹਾ ਵੀ ਇਹਨੇ ਤੈਨੂੰ ਮਾਨਸਿਕ ਤੌਰ ਤੇ ਬਿਮਾਰ ਕਰ ਦੇਣਾ ਧਾਗੇ। ਜੇ ਧਾਗਾ ਗਲ ਕੇ ਟੁੱਟ ਗਿਆ, ਜੇ ਉਦਣ ਸਿਰ ਵੀ ਦੁਖਣ ਲੱਗ ਪਿਆ, ਤੂੰ ਕਹਿਣਾ ਹਾਏ ਉਦੋਂ ਦਾ ਦੁਖਦਾ ਜਿੱਦਣ ਦਾ ਧਾਗਾ ਟੁੱਟਿਆ। ਏਦਾਂ ਕਰਕੇ ਇਹ ਵਹਿਮ ਭਰਮ ਸਾਨੂੰ ਮਾਨਸਿਕ ਰੋਗ ਪੈਦਾ ਕਰਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸਾਨੂੰ ਗੁਰੂ ਤੇ ਰੱਬ ਤੇ ਅਕਾਲ ਪੁਰਖ ਤੇ ਭਰੋਸਾ ਵਿਸ਼ਵਾਸ ਦੀ ਬਖਸ਼ਿਸ਼ ਕੀਤੀ। ਭਾਈ ਜੋ ਲਿਖਿਆ ਸੋ ਵਰਤਦਾ, ਜਾਂ ਸਾਨੂੰ ਮੈਂਟਲੀ ਪ੍ਰਪੇਅਰ ਕੀਤਾ ਮਾਨਸਿਕ ਤੌਰ ਤੇ ਕਿ ਸੁੱਖ ਦੁੱਖ ਦੋਏ ਦਰ ਕੱਪੜੇ ਪਹਿ ਰਹਿ ਜਾਏ ਮਨੁੱਖ। ਭਾਈ ਇਹ ਜੀਵਨ ਵਿੱਚ ਦੁੱਖ ਸੁੱਖ ਚੱਲਦੇ ਰਹਿੰਦੇ, ਤੂੰ ਅਕਾਲ ਪੁਰਖ ਦਾ ਸ਼ੁਕਰਾਨਾ ਕਰ, ਨਾਮ ਜਪ, ਫਿਰ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ। ਇਸ ਤਰ੍ਹਾਂ ਜਦੋਂ ਬੱਚੀ ਨੇ ਫਿਰ ਸੁਣਿਆ ਤਾਂ ਉਦਾਸ ਹੋ ਗਈ। ਮੈਂ ਉਹਨੂੰ ਕਿਹਾ ਪੁੱਤਰ ਇਹ ਪੈਰ ਤੇ ਬੰਨਿਆ ਕਾਲਾ ਧਾਗਾ ਮਾਨਸਿਕ ਰੋਗ ਹੈ, ਤੈਨੂੰ ਬਿਮਾਰ ਕਰਦਾ। ਉਸੇ ਵਕਤ ਉਹ ਬੱਚੀ ਰਸੋਈ ਵਿੱਚ ਗਈ, ਕਿਚਨ 'ਚ, ਉਹਨੇ ਛੋਟੀ ਜਿਹੀ ਕੈਂਚੀ ਲਿਆਂਦੀ ਤੇ ਉਹ ਕੈਂਚੀ ਲਿਆ ਕੇ ਉਹਨੇ ਪਹਿਲਾਂ ਆਪਣੇ ਪੈਰ ਦਾ ਧਾਗਾ ਵੱਢਿਆ, ਫਿਰ ਉਹਨੇ ਆਪਣਾ ਭਰਾ ਸੀ ਉਹਦਾ ਕੋਲ ਖੜਾ, ਉਹਦੇ ਭਰਾ ਦੇ ਪੈਰ ਤੇ ਵੀ ਧਾਗਾ ਬੰਨਿਆ ਸੀ, ਉਹਨੇ ਆਪਣੇ ਭਰਾ ਦੇ ਪੈਰ ਦਾ ਵੀ ਧਾਗਾ ਬੰਨਿਆ, ਵੱਢ ਦਿੱਤਾ। ਪਹਿਲਾਂ ਉਹਨੇ ਆਪਣੇ ਪੈਰ ਦਾ ਧਾਗਾ ਵੱਢਿਆ, ਫਿਰ ਉਹਨੇ ਆਪਣੇ ਭਰਾ ਦੇ ਪੈਰ ਦਾ ਵੀ ਧਾਗਾ ਵੱਢ ਦਿੱਤਾ। ਇਸ ਤਰ੍ਹਾਂ ਸਾਧ ਸੰਗਤ ਵਿਸ਼ਵਾਸ, ਗੁਰੂ ਤੇ ਭਰੋਸਾ ਰੱਖਣਾ ਚਾਹੀਦਾ, ਵਹਿਮ ਭਰਮ ਨਹੀਂ। ਅੱਜ ਦੀ ਦੁਨੀਆ ਵਿੱਚ ਵੀ ਆਪਾਂ ਨੂੰ ਗੁਰੂ ਤੇ ਭਰੋਸਾ ਨਹੀਂ, ਆਪਾਂ ਗੁਰੂ ਦੀ ਮੱਤ ਦੇ ਉਲਟ ਕੰਮ ਕਰਦੇ। ਕੋਈ ਰੱਖੜੀਆਂ ਬੰਨ ਰਿਹਾ, ਕੋਈ ਵਰਤ ਰੱਖ ਰਿਹਾ, ਕੋਈ ਸ਼ਰਾਧ ਕਰਾ ਰਿਹਾ। ਪਾਤਸ਼ਾਹ ਨੇ ਕਿਸੇ ਦੀ ਨਿੰਦਿਆ ਨਹੀਂ ਕੀਤੀ, ਪਰ ਗੁਰਮਤਿ ਦਾ ਮਾਰਗ ਜਿਹੜਾ ਬਖਸ਼ਿਸ਼ ਕੀਤਾ, ਉਹਨਾਂ ਨੂੰ ਕਿਹਾ ਭਾਈ ਜੀਵਤ ਪਿਤਰ ਨਾ ਮੰਨੈ ਕੋ, ਮੂਏ ਸ਼ਰਾਧ ਕਰਾਹੀ। ਜੇ ਇਹ ਬਚਨ ਸੰਸਾਰ ਉੱਤੇ ਅਸਰ ਕਰਦੇ ਆਪਾਂ ਮੰਨ ਲਈਏ
ਤਾਂ ਬਿਰਧ ਆਸ਼ਰਮ ਨਹੀਂ ਖੁੱਲਣਗੇ। ਲੋਕਾਂ ਨੂੰ ਸਮਝ ਪੈ ਜਾਏਗੀ ਕਿ ਜਿਉਂਦੇ ਜੀ ਮਾਂ ਪਿਓ ਦੀ ਸੇਵਾ ਕਰਨੀ ਆ। ਮਰਨ ਤੋਂ ਬਾਅਦ ਕੀਤੇ ਹੋਏ ਸ਼ਰਾਧ, ਮਰਨ ਤੋਂ ਬਾਅਦ ਕੀਤਾ ਹੋਇਆ ਦਾਨ, ਉਹ ਰੱਬ ਦੀ ਦਰਗਾਹ ਵਿੱਚ ਨਹੀਂ ਪਹੁੰਚਦਾ। ਇਸ ਲਈ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਿ ਜੀਵਤ ਪਿਤਰ ਨਾ ਮਾਨੈ ਕੋ ਮੋਏ ਸਰਾਧ ਕਰਾਹੀ, ਪਿਤਰ ਵੀ ਬਪਰੇ ਕੋਹ ਕਿਉਂ ਭਾਵੇਂ ਕਊਆ ਕੁੱਕਰ ਖਾਹੀ। ਰਹੀ ਗੱਲ ਉਹਨਾਂ ਦੇ ਨਾਂ ਤੇ ਦਾਨ ਦੇਣਾ, ਕੋਈ ਕੱਪੜਾ ਲੀੜਾ, ਕੋਈ ਹੋਰ ਚੀਜ਼ਾਂ ਪਦਾਰਥ, ਕਹਿੰਦੇ ਭਾਈ ਉਹ ਤਾਂ ਪਹੁੰਚਦਾ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਸੰਬੰਧ ਵਿੱਚ ਇੱਕ ਬਚਨ ਕਿਹਾ, ਕਹਿੰਦੇ ਮੰਨ ਲਓ ਤੁਹਾਡੇ ਬਜ਼ੁਰਗਾਂ ਦੀ ਕੋਈ ਤੁਸੀਂ ਦਾਨ ਉਹਨਾਂ ਦੇ ਨਾਂ ਤੇ ਕਰਦੇ ਆ, ਉਹ ਪਹੁੰਚ ਗਿਆ ਗਾਹਾਂ, ਤਾਂ ਉੱਥੇ ਹੋਰ ਲੋਕਾਂ ਦੇ ਬਜ਼ੁਰਗ ਵੀ ਹੋਣਗੇ ਜਿਹੜੇ ਮਰ ਕੇ ਗਏ, ਤਾਂ ਫਿਰ ਉਹ ਤਾਂ ਜਿਹੜੇ ਉੱਥੇ ਮਰ ਕੇ ਪਹਿਲਾਂ ਹੋਰ ਕਿਸੇ ਦੇ ਪਿਤਰ ਬਜ਼ੁਰਗ ਗਏ, ਉਹਨਾਂ ਨੇ ਜੇ ਤੁਸੀਂ ਬੇਈਮਾਨੀ, ਚੋਰੀ ਕਰਕੇ, ਠੱਗੀ ਕਰਕੇ ਦਾਨ ਕੀਤਾ ਤਾਂ ਕਹਿੰਦੇ ਉਹਦੀ ਪਛਾਣ ਲੈਣਾ, ਭਾਈ ਇਹ ਤਾਂ ਸਾਡੇ ਪਰਿਵਾਰ ਦੇ ਬੱਚਿਆਂ ਨਾਲ ਠੱਗੀ, ਚੋਰੀ ਕਰਕੇ, ਧੋਖਾ ਕਰਕੇ ਤਾਂ ਤੇਰੇ ਪੁੱਤਰਾਂ ਨੇ ਦਾਨ ਦਿੱਤਾ, ਉਹਨਾਂ ਨੇ ਜੱਗ ਕਰਾਇਆ, ਉਹਨਾਂ ਨੇ ਆਹ ਚੀਜ਼ਾਂ ਦਾਨ ਦਿੱਤੀਆਂ। ਕਹਿੰਦੇ ਫਿਰ ਚੀਜ਼ਾਂ ਪਛਾਣੀਆਂ ਜਾਣਗੀਆਂ, ਤਾਂ ਫਿਰ ਤੁਹਾਡੇ ਪਿਤਰ ਵੀ ਰੱਬ ਦੀ ਦਰਗਾਹ ਵਿੱਚ ਚੋਰ ਮੰਨੇ ਜਾਣਗੇ। ਇਹ ਸ਼ਬਦ ਜਦੋਂ ਮਹਾਰਾਜ ਨੇ ਲਿਖਿਆ ਤਾਂ ਆਸਾ ਦੀ ਵਾਰ ਅੰਦਰ ਮਹਾਰਾਜ ਕਹਿੰਦੇ ਭਾਈ ਜੇ ਮੋਹ ਹੱਕਾ ਘਰ ਮੋਹ ਹੈ, ਘਰ ਮੋਹ ਪਿਤਰੀ ਦੇ, ਜੇ ਮੋਹ ਹੱਕਾ ਘਰ ਮੋਹ ਹੈ। ਸਟੂਡੈਂਟ ਸੁਣ ਰਹੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਇਦਾਂ ਦੇ ਬਹੁਤ ਸ਼ਬਦ ਆਉਂਦੇ ਜਿਨ੍ਹਾਂ ਦੇ ਅੱਗੇ ਜੇ ਲੱਗਾ ਹੋਇਆ। ਜਿਨ੍ਹਾਂ ਨੇ 2 ਪੰਜਾਬੀਆਂ ਪੜ੍ਹੀਆਂ, ਗੁਰਬਾਣੀ ਪੰਜਾਬੀ ਇਲੈਕਟਿਵ ਤੇ ਪੰਜਾਬੀ ਜਨਰਲ, ਉਹਦੇ ਵਿੱਚ ਇੱਕ ਸਬਜੈਕਟ ਆਉਂਦਾ ਅਲੰਕਾਰ। ਤਾਂ ਇੱਕ ਅੰਕੀ ਉਹ ਜਿਹੜੀ ਇਲੈਕਟਿਵ ਪੰਜਾਬੀ ਆ, ਅਲੰਕਾਰ ਦਾ ਅਰਥ ਹੁੰਦਾ ਹੈ ਜਿਹੜੀ ਚੀਜ਼ ਹੈ ਨਹੀਂ, ਅਸਲੀਅਤ ਨਹੀਂ ਹੈ, ਪਰ ਉਹਨੂੰ ਕਹੀਏ ਮੰਨ ਲਓ, ਮੰਨ ਕੇ ਕੋਈ ਗੱਲ ਕਰਨੀ, ਚਲੋ ਹੋ ਸਕਦਾ ਹੋਵੇ, ਮੰਨ ਲਓ। ਇਹਨੂੰ ਮੈਥਮੈਟਿਕਸ ਵਿੱਚ ਮੈਥ ਵਾਲੇ ਕਹਿੰਦੇ ਮੰਨ ਲਓ, ਜਦੋਂ ਕੋਈ ਸਵਾਲ ਸਮਝਾਉਂਦੇ, ਸਪੋਜ਼ ਇੰਗਲਿਸ਼ ਵਾਲੇ ਕਹਿੰਦੇ ਮੰਨ ਲਓ। ਤਾਂ ਮਹਾਰਾਜ ਕਹਿੰਦੇ ਵੀ ਹੈ ਨਹੀਂ ਇੱਦਾਂ, ਪਰ ਚਲੋ ਮੰਨ ਲਓ, ਜੇ ਪਹੁੰਚਦਾ ਹੋਵੇ ਤਾਂ ਫਿਰ ਉਹ ਸ਼ਬਦ ਦੇ ਅੱਗੇ ਵਰਤਣਗੇ ਜੇ ਮੋਹ ਹੱਕਾ ਘਰ ਮੋਹ ਹੈ। ਏਦਾਂ ਦਾ ਸ਼ਬਦ ਜਪਜੀ ਸਾਹਿਬ ਚ ਆਉਂਦਾ, ਜੇ ਜੁਗ ਚਾਰੇ ਆਰਜਾ। ਵੈਸੇ ਚਾਰ ਜੁਗ ਕਿਸੇ ਦੀ ਉਮਰ ਹੁੰਦੀ ਨਹੀਂ, ਪਰ ਮਹਾਰਾਜ ਜੋਗੀਆਂ ਨੂੰ ਕਹਿੰਦੇ ਚਲੋ ਮੰਨ ਲਓ ਤੁਹਾਡੀ ਹੋ ਜਾਵੇ, ਜੇ ਜੁਗ ਚਾਰੇ ਆਰਜਾ। ਏਦਾਂ ਉੱਥੇ ਮਹਾਰਾਜ ਨੇ ਕਿਹਾ ਜੇ ਮੋਹ ਹੱਕਾ ਘਰ ਮੋਹ ਹੈ, ਘਰ ਮੋਹ ਪਿਤਰੀ ਦੇ। ਅੱਗੇ ਵਸਤ ਸਿਆਣੀ ਹੈ, ਪਿਤਰੀ ਚੋਰ ਕਰੇ, ਤੁਹਾਡੇ ਪਿਤਰ ਚੋਰ ਮੰਨੇ ਜਾਣਗੇ। ਵੱਢੀਏ ਹੱਥ ਦਲਾਲ ਕੇ ਮੁਸਬੀ ਇਹ ਕਰੇ। ਕਹਿੰਦੇ ਭਾਈ ਫਿਰ ਉਹਨਾਂ ਦੇ ਵੀ ਹੱਥ ਵੱਢੇ ਜਾਣੇ ਜੇ ਚੋਰੀ ਕਰਕੇ ਦਾਨ ਕੀਤਾ। ਸੋ ਕੀਤੇ ਹੋਏ ਸ਼ਰਾਧ ਦਾਨ ਇਹ ਗਾਹਾਂ ਨਹੀਂ ਚੀਜ਼ਾਂ ਪਹੁੰਚਦੀ। ਹਾਂ, ਜੋ ਬੰਦਾ ਆਪਣੇ ਜੀਵਨ ਵਿੱਚ ਵਿਚਰਦਿਆਂ ਪੁੰਨ ਕਮਾਉਂਦਾ, ਕਿਸੇ ਦੀ ਸੇਵਾ ਕਰਦਾ, ਕਿਸੇ ਗਰੀਬ ਦੀ ਮਦਦ ਕਰਦਾ, ਲੋੜਵੰਦ ਦੀ, ਤਾਂ ਉਹ ਕੀਤਾ ਹੋਇਆ ਪੁੰਨ ਜ਼ਰੂਰ ਪਹੁੰਚਦਾ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਹੇ ਕੇ ਜਾਹੀ। ਪਰ ਕਿਸੇ ਮਰਨ ਤੋਂ ਬਾਅਦ ਪ੍ਰਾਣੀ ਦੇ ਨਾਂ ਉੱਤੇ ਚੀਜ਼ਾਂ ਦਾਨ ਕਰਨੀਆਂ, ਉਹ ਨਹੀਂ ਉਹਨੂੰ ਪਹੁੰਚਦੀਆਂ। ਤਾਂ ਮਹਾਰਾਜ ਕਹਿੰਦੇ ਮੋਏ ਸ਼ਰਾਧ ਕਰਾਹੀ, ਪਿਤਰ ਵੀ ਵਪਰੇ ਕੋ ਕਿਉਂ ਭਾਵੇਂ ਕਊਆ ਕੁੱਕਰ ਖਾਹੀ। ਸੋ ਗੁਰੂ ਦਾ ਸਿੱਖ ਜਿਹੜਾ ਹੈ ਉਹ ਲੋੜਵੰਦ ਦੀ ਸੇਵਾ ਕਰਦਾ, ਗੁਰੂ ਦੇ ਨਾਂ ਤੇ ਦਸਵੰਧ ਕੱਢ ਕੇ ਲੋੜਵੰਦਾਂ ਦੀ ਸੇਵਾ ਕਰਦਾ। ਇਸ ਤਰ੍ਹਾਂ ਉਹ ਵਹਿਮ ਭਰਮ ਵਿੱਚ ਨਹੀਂ ਪੈਂਦਾ, ਉਹਨੂੰ ਹਰ ਕਰਮ ਉੱਤੇ ਗੁਰੂ ਤੇ ਵਿਸ਼ਵਾਸ, ਭਰੋਸਾ ਰਹਿੰਦਾ। ਇੱਕ ਛੋਟੀ ਜਿਹੀ ਗੱਲ ਮੈਂ ਸੁਣਾਉਣੀ, ਉਹਨੂੰ ਧਿਆਨ ਨਾਲ ਸੁਣ ਕੇ ਆਪਣੇ ਜੀਵਨ ਵਿੱਚ ਵਸਾਇਓ। ਵਿਸ਼ਵਾਸ ਹੋਣਾ ਚਾਹੀਦਾ। ਸਨ 2001 ਵਿੱਚ ਸ਼ਾਇਦ ਅਸੀਂ ਆਪਣੇ ਕਾਲਜ ਦੇ ਲਿਟਰੇਚਰ ਵਿੱਚ ਰਸਾਲੇ ਵਿੱਚ ਇਹ ਸਾਖੀ ਕਹਾਣੀ ਛਾਪੀ ਤਾਂ ਜੋ ਲੋਕਾਂ ਨੂੰ ਵਿਸ਼ਵਾਸ ਆ ਜਾਏ। ਇੱਕ ਬੱਚੀ ਪਟਿਆਲੇ ਤੋਂ 5 ਦਿਨ ਦੀਵਾਨ ਸੁਣਦੀ ਰਹੀ, ਕਥਾ ਕੀਰਤਨ ਦੇ ਦੀਵਾਨ 5 ਦਿਨ ਚੱਲਦੇ ਰਹੇ। ਸ਼ਾਮ ਨੂੰ ਤਾਂ ਪ੍ਰਬੰਧਕਾਂ ਨੇ ਚੌਥੇ ਦਿਨ ਅਨਾਉਂਸ ਕੀਤੀ, ਭਾਈ ਕੱਲ ਨੂੰ ਦੁਪਹਿਰੇ ਅੰਮ੍ਰਿਤ ਸੰਚਾਰ, ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਜਿਨ੍ਹਾਂ ਨੇ ਅੰਮ੍ਰਿਤ ਛਕਣਾ, ਅੰਮ੍ਰਿਤ ਵਿਲਾਖੀਆਂ ਨੂੰ ਬੇਨਤੀ ਹੈ ਨਾਮ ਲਿਖਾਓ। ਉਹ ਬੱਚੀ ਨੇ ਨਾਮ ਲਿਖਾਤਾ। ਘਰ ਆ ਕੇ ਦੱਸਿਆ ਤਾਂ ਉਹਦੀ ਮਾਂ ਬਹੁਤ ਨਾਰਾਜ਼ ਹੋਈ, ਕਹਿੰਦੀ ਤੈਨੂੰ ਕੀ ਲੋੜ ਸੀ ਨਾਮ ਲਿਖਾਉਣ ਦੀ, ਤੂੰ ਅੰਮ੍ਰਿਤ ਨਹੀਂ ਛਕ ਸਕਦੀ। ਉਹ ਕਹਿੰਦੀ ਮਾਂ ਕਿਉਂ, ਤੁਸੀਂ ਵੀ ਤਾਂ ਛਕਿਆ ਹੋਇਆ। ਕਹਿੰਦੀ ਨਹੀਂ, ਸਾਡੀ ਗੱਲ ਹੋਰ ਆ, ਤੂੰ ਇੰਨੀ ਪੜ੍ਹੀ ਲਿਖੀ ਆ ਔਰ ਨਾਲੇ ਅਨਮੈਰਿਡ ਆ, ਫਿਰ ਕੀ ਪਤਾ ਤੈਨੂੰ
ਅੰਮ੍ਰਿਤਧਾਰੀ ਘਰ ਵਰ ਮਿਲੇ ਕਿ ਨਾ ਮਿਲੇ ਪਰਿਵਾਰ ਕੋ। ਇਸ ਵਾਸਤੇ ਜੇ ਅੰਮ੍ਰਿਤ ਛਕਣਾ ਆਪਣੇ ਵਿਆਹ ਤੋਂ ਬਾਅਦ ਸਹੁਰੇ ਘਰ ਜਾ ਕੇ ਛਕਿਓ ਤਾਂ ਉਹ ਬੱਚੀ ਉਦਾਸ ਹੋ ਗਈ, ਪਰ ਉਹਦੇ ਮਨ 'ਚ ਗੁਰੂ ਤੇ ਦ੍ਰਿੜ ਵਿਸ਼ਵਾਸ ਸੀ। ਅਗਲੇ ਦਿਨ ਉਹਨੇ ਮਹਾਰਾਜ ਤੇ ਭਰੋਸਾ ਕਰਕੇ ਅਰਦਾਸ ਕੀਤੀ, ਕੇਸੀ ਇਸ਼ਨਾਨ ਕੀਤਾ, ਬਿਨਾਂ ਘਰਦਿਆਂ ਨੂੰ ਦੱਸਿਆ ਚੱਲੀ ਗਈ ਗੁਰਦੁਆਰਾ ਸਾਹਿਬ, ਜਾ ਕੇ ਅੰਮ੍ਰਿਤਪਾਨ ਕੀਤਾ। ਅੰਮ੍ਰਿਤ ਛਕ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧੀ ਸਿੰਘਣੀ ਸਜ ਕੇ ਆ ਕੇ ਪਰਿਵਾਰ ਵਿੱਚ ਉਹਨੇ ਸ਼ਾਮ ਨੂੰ 4 ਵਜੇ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਸਾਰੇ ਪਰਿਵਾਰ ਵਾਲੇ ਹੈਰਾਨ ਹੋ ਗਏ। ਦੀ ਮਾਂ ਬਹੁਤ ਗੁੱਸੇ 'ਚ ਬੋਲੀ, ਤੈਨੂੰ ਕਿਹਨੇ ਕਿਹਾ ਸੀ ਅੰਮ੍ਰਿਤ ਛਕਣ ਨੂੰ? ਉਹ ਕਹਿੰਦੀ, ਮਾਂ ਅੰਮ੍ਰਿਤ ਛਕਣਾ ਤਾਂ ਹਰ ਸਿੱਖ ਨੂੰ ਚਾਹੀਦਾ, ਇਹੀ ਤਾਂ ਆਪਾਂ ਕਥਾ ਕੀਰਤਨ ਵੇ ਰੋਜ਼ ਸੁਣਦੇ। ਉਹਦੀ ਮਾਂ ਬੋਲੀ, ਤੂੰ ਬਹੁਤ ਜਿਰੀ ਆ, ਕੱਲ ਨੂੰ ਤੇਰੇ ਵਾਸਤੇ ਬਾਹਰ ਕਿੱਥੋਂ ਲੱਭਾਂਗੇ ਕੋਈ ਬੱਚਾ ਅੰਮ੍ਰਿਤਧਾਰੀ ਨਾ ਮਿਲਿਆ, ਤੂੰ ਇੰਨੀ ਪੜ੍ਹੀ ਲਿਖੀ। ਉਹ ਬੱਚੀ ਨੇ ਗੱਲ ਬੜੀ ਵਿਸ਼ਵਾਸ ਭਰੋਸੇ ਵਾਲੀ ਕਹੀ। ਜੇ ਅੱਜ ਕੱਲ੍ਹ ਇੰਨਾ ਵਿਸ਼ਵਾਸ ਸਾਡੇ ਧੀਆਂ ਬੱਚੀਆਂ ਨੂੰ ਸਤਿਗੁਰੂ ਕਿਰਪਾ ਕਰਨ ਕਿਤੇ ਆ ਜਾਵੇ ਤਾਂ 4 ਚੁਫੇਰੇ ਸਿੱਖੀ ਦੇ ਹੀ ਫੁੱਲ ਖਿੜ ਜਾਣ। ਉਹ ਬੱਚੀ ਕਹਿੰਦੀ, ਮਾਂ ਅੱਜ ਜਦੋਂ ਅੰਮ੍ਰਿਤਪਾਨ ਕਰਾਇਆ ਤਾਂ ਅੰਮ੍ਰਿਤ ਛਕਾ ਕੇ 5 ਪਿਆਰੇ ਨੂੰ ਹੁਕਮ ਕੀਤਾ, ਅੱਜ ਤੋਂ ਬਾਅਦ ਤੁਹਾਡੀ ਜਾਤ ਕੁੱਲ ਗੋਤ ਵਰਨ ਸਭ ਕੁਝ ਖਤਮ, ਤੁਸੀਂ ਗੁਰੂ ਦੇ ਖਾਲਸੇ ਗੁਰੂ ਦੇ ਸਿੱਖ ਹੋਏ। ਤੇ ਇੰਨੀ ਗੱਲ ਕਿ ਅੱਜ ਤੋਂ ਬਾਅਦ ਤੁਹਾਡਾ ਜਨਮ ਸਥਾਨ ਸ਼੍ਰੀ ਅਨੰਦਪੁਰ ਸਾਹਿਬ, ਅੱਜ ਤੋਂ ਬਾਅਦ ਤੁਹਾਡੀ ਧਰਮ ਦੀ ਮਾਤਾ ਸਾਹਿਬ ਕੌਰ, ਅੱਜ ਤੋਂ ਬਾਅਦ ਤੁਹਾਡੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਉਹ ਬੱਚੀ ਕਹਿੰਦੀ, ਮਾਂ ਨਾਲੇ ਅੱਖਾਂ ਭਰ ਲਈਆਂ, ਕਹਿੰਦੀ ਮੈਂ ਅੰਮ੍ਰਿਤ ਛਕ ਲਿਆ, ਅੱਜ ਤੋਂ ਬਾਅਦ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਹੋ ਗਏ। ਤੇ ਕਹਿੰਦੀ, ਮਾਂ ਹੁਣ ਮੇਰਾ ਵਰ ਲੱਭਣਾ, ਮੇਰਾ ਰਿਸ਼ਤਾ ਲੱਭਣਾ, ਮੇਰਾ ਪਿਤਾ ਆਪੇ ਲੱਭ ਲਊਗਾ, ਤੈਨੂੰ ਫਿਕਰ ਕਰਨ ਦੀ ਲੋੜ। ਉਹਦੀ ਮਾਂ ਤੇ ਪਿਓ ਸਭ ਚੁੱਪ ਕਰ ਗਏ। ਇੰਨਾ ਵਿਸ਼ਵਾਸ ਹੋਣਾ ਚਾਹੀਦਾ ਕਿ ਜੇ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਆ, ਉਹ ਮੇਰੇ ਵਾਸਤੇ ਆਪੇ ਸਭ ਕੁਝ ਲੱਭ ਲੈ। ਖੈਰ ਉਹ ਬੱਚੀ ਨੇ B.Ed ਕੀਤੀ ਸੀ, ਉਹਨੂੰ 3 ਮਹੀਨੇ ਪ੍ਰਾਈਵੇਟ ਪੜ੍ਹਾਉਂਦੀ ਰਹੀ, ਫਿਰ ਸਰਕਾਰੀ ਜੋਬ ਲੱਗ ਗਈ। 6 ਮਹੀਨਿਆਂ ਬਾਅਦ ਰਿਸ਼ਤੇਦਾਰੀ ਵਿੱਚੋਂ ਕੋਈ ਮੈਥ ਟੀਚਰ ਲੱਗਾ ਬੱਚਾ, ਨੌਜਵਾਨ ਅੰਮ੍ਰਿਤਧਾਰੀ ਗੁਰਸਿੱਖ ਨਿਤਨੇਮ ਕਰਨ ਵਾਲਾ, ਉਹ ਰਿਸ਼ਤਾ ਮਿਲ ਗਿਆ, ਆਨੰਦ ਕਾਰਜ ਹੋ ਗਿਆ, ਬੱਚੀ ਵਿਆਹੀ ਗਈ ਗੁਰਦਾਸਪੁਰ। ਬਹੁਤ ਬਖਸ਼ਿਸ਼ਾਂ ਮਹਾਰਾਜ ਨੇ ਕੀਤੀਆਂ, ਸੁੱਖਾਂ ਨਾਲ ਜੀਵਨ ਬਤੀਤ ਹੋ ਰਿਹਾ ਸੀ। ਮਹਾਰਾਜ ਨੇ ਕਿਰਪਾ ਕੀਤੀ, 2 ਬੱਚਿਆਂ ਦੀ ਬਖਸ਼ਿਸ਼ ਕੀਤੀ, ਇੱਕ ਬੇਟੀ ਇੱਕ ਬੇਟਾ। ਰੋਜ਼ ਸਵੇਰੇ ਉੱਠ ਕੇ ਨਿਤਨੇਮ ਕਰਨਾ, ਮਹੱਲੇ ਵਿੱਚ ਜਿੱਥੇ ਗੁਰਦੁਆਰਾ ਉੱਥੇ ਮਹਾਰਾਜ ਨੂੰ ਨਮਸਕਾਰ ਕਰਨੀ, ਫਿਰ ਪੜ੍ਹਾਉਣ ਜਾਣਾ। ਇਹ ਕਈ ਸਾਲ ਇਸ ਤਰ੍ਹਾਂ ਚੱਲਦਾ ਰਿਹਾ। ਇੱਕ ਦਿਨ ਇਸ ਤਰ੍ਹਾਂ ਹੋਇਆ, 70 ਸਾਲਾਂ ਬਾਅਦ ਕਹਿੰਦੇ ਉਹ ਬੱਚੀ ਦੇ ਘਰ ਵਾਲਾ ਜਿਹੜਾ ਮਾਸਟਰ ਸੀ, ਉਹ ਥੋੜਾ ਬਿਮਾਰ ਪੈ ਗਿਆ, ਉਹਨੂੰ ਖਾਂਸੀ ਜ਼ੁਕਾਮ ਵੱਧਦਾ ਚੈਸਟ ਰੁਕ ਗਈ, ਟੈਸਟ ਕਰਾਉਣ ਲੱਗ ਪਏ। ਜਦੋਂ 2-4-6 ਮਹੀਨੇ ਉਹਨੂੰ ਖਾਂਸੀ ਨਾ ਹਟੀ ਤਾਂ ਟੈਸਟ ਹੋਇਆ ਵੀ ਇਹਨੂੰ ਤਾਂ ਅਸਥਮਾ ਹੋ ਗਿਆ, TB ਦਾ ਰੋਗ ਹੋ ਗਿਆ। ਤਾਂ ਬਹੁਤ ਉਦਾਸ ਵੀ ਹੋਏ, ਪਰ ਗੁਰੂ ਦੀ ਬਾਣੀ ਨਾਲ ਨਿਤਨੇਮ ਨਹੀਂ ਛੱਡਿਆ। ਜਿੱਥੇ ਕਿਸੇ ਨੇ ਕੋਈ ਦਵਾਈ ਦਾਰੂ ਦੱਸੀ ਉਹ ਕਰਦੇ ਰਹੇ। ਇਸ ਦੌਰਾਨ ਜਿੰਨੇ ਰਿਸ਼ਤੇਦਾਰ ਸਭ ਮਿਲੇ, ਉਹਨਾਂ ਨੇ ਕਿਹਾ ਕਿਸੇ ਪੁੱਛ ਦੱਸ ਲਓ, ਕੁਛ ਕਰ ਦਿੱਤਾ ਹੋਣਾ, ਕਿਸੇ ਨੇ ਖਿਲਾ ਦਿੱਤਾ ਹੋਣਾ, ਪਰ ਉਹਨੂੰ ਗੁਰੂ ਤੇ ਵਿਸ਼ਵਾਸ ਸੀ। ਇੱਕ ਦਿਨ ਤਾਂ ਉਹ ਲੜਕੀ ਦੀ ਮਾਂ ਵੀ ਆ ਕੇ ਕਹਿੰਦੀ, ਤੂੰ ਜਿੱਦੀ ਬਹੁਤ ਆ, ਮੰਨਣਾ ਨਹੀਂ, ਪਰ ਜਸਨੀਤ ਜੇ ਤੂੰ ਗੱਲ ਮੰਨੇ ਤਾਂ ਮੈਨੂੰ ਲੱਗਦਾ ਤੇਰੇ ਘਰ ਵਾਲੇ ਨੂੰ ਕਿਸੇ ਨੇ ਕੁਝ ਕਰ ਦਿੱਤਾ, ਖਿਲਾ ਦਿੱਤਾ। ਇੱਕ ਸਾਡੇ ਨਾਭੇ ਪੀਰ ਬਾਬੇ ਦੀ ਸਮਾਧ ਆ, ਉੱਥੇ ਮੁਸਲਮਾਨ ਰਹਿੰਦਾ, ਕਾਜੀ ਮੌਲਵੀ ਰਹਿੰਦਾ, ਉਹ ਪਾਣੀ ਪੜ੍ਹ ਕੇ ਦਿੰਦਾ, ਤਵੀਤ ਪੜ੍ਹ ਕੇ ਦਿੰਦਾ, ਬੜੇ ਰੋਗ ਹਟਦੇ। ਕਹਿੰਦੀ ਮੇਰੇ ਨਾਲ ਚੱਲ। ਤਾਂ ਜਦੋਂ ਇੰਨੀ ਗੱਲ ਸੁਣੀ, ਉਹ ਲੜਕੀ ਬਹੁਤ ਉਦਾਸ ਹੋ ਕੇ ਬੋਲੀ, ਕਹਿੰਦੀ ਮਾਂ ਤੂੰ ਮੈਨੂੰ ਕਿਹੜੇ ਰਸਤੇ ਲਾਉਣ ਲੱਗੀ? ਮੈਂ ਅੰਮ੍ਰਿਤ ਛਕਿਆ ਹੋਇਆ, ਮੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਭਰੋਸਾ ਹੈ, ਤੇ ਨਾਲੇ ਮੈਨੂੰ ਕਿਸੇ ਬਾਬੇ ਤੋਂ ਪੁੱਛਣ ਦੀ ਲੋੜ ਨਹੀਂ, ਮੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦੱਸ ਦਿੱਤਾ। ਤਾਂ ਉਹ ਪੁੱਛਦੀ ਕੀ? ਕਹਿੰਦੀ ਮੈਨੂੰ ਦੱਸ ਦਿੱਤਾ ਵੀ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਇਹ ਤਾਂ ਜੀਵਨ 'ਚ ਲਿਖੇ ਹੋਏ ਆ। ਜੇ ਸੁੱਖ ਤੋਂ ਬਾਅਦ ਦੁੱਖ ਆਇਆ, ਦੁੱਖ ਵੀ ਨਹੀਂ ਰਹੇਗਾ, ਇਹ ਵੀ ਚਲਾ ਜਾਏਗਾ, ਇੱਕ ਦਿਨ ਫਿਰ ਸੁੱਖ ਆਏਗਾ। ਤਾਂ ਇਸ ਤਰ੍ਹਾਂ
ਉਹ ਬੱਚੀ ਨੇ ਆਪਣੀ ਮਾਂ ਨੂੰ ਜਵਾਬ ਦੇ ਦਿੱਤਾ। ਉਹ ਮਾਂ ਬਹੁਤ ਗੁੱਸੇ 'ਚ ਬੋਲੀ, ਕਹਿੰਦੀ ਕਿਹੜਾ ਗੁਰੂ ਗ੍ਰੰਥ ਸਾਹਿਬ ਜਿਹਦੇ ਤੇ ਤੈਨੂੰ ਭਰੋਸਾ? ਕਿਹੜਾ ਗੁਰੂ ਗ੍ਰੰਥ ਸਾਹਿਬ ਜਿਹਨੂੰ 6 ਮਹੀਨੇ ਹੋ ਗਏ ਤੇਰੇ ਘਰ ਵਾਲਾ ਠੀਕ ਤਾਂ ਹੋਇਆ ਨਹੀਂ? ਜਦੋਂ ਇੰਨੀ ਗੱਲ ਕਹੀ ਉਹਦੀ ਮਾਂ ਨੇ ਤਾਂ ਉਹ ਬੱਚੀ ਨੇ ਹੱਥ ਜੋੜ ਕੇ ਕਿਹਾ, ਮਾਂ ਮੈਨੂੰ ਜੋ ਮਰਜ਼ੀ ਕਹਿ ਲਾ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇਸ ਤਰ੍ਹਾਂ ਨਾ ਕਹਿ। ਤਾਂ ਚੁੱਪ ਕਰਕੇ ਕਮਰੇ 'ਚ ਚਲੀ ਗਈ। ਰਹਿਣਾ ਸੀ 2-4 ਦਿਨ, ਰਹੀ ਨਹੀਂ, ਵਾਪਸ ਆਪਣੇ ਪੇਕਿਓਂ ਸਹੁਰੇ ਆ ਗਏ, ਦੋਵੇਂ ਬੱਚੇ ਨਾਲ। ਇਹਨਾਂ ਦਿਨਾਂ ਦੇ ਮੌਸਮ ਇਸ ਤਰ੍ਹਾਂ ਮੀਂਹ ਪੈ ਕੇ ਹਟਿਆ। ਜਦੋਂ ਗੁਰਦਾਸਪੁਰ ਪਹੁੰਚੀ ਬਹੁਤ ਭਾਰੀ ਬਾਰਿਸ਼ ਹੋਈ ਸੀ। ਘਰ ਗਈ, ਬੱਚੇ ਥੱਕ ਗਏ, ਸੜਾ ਦਿੱਤੇ। ਤਾਂ ਮਾਸਟਰ ਜੀ ਗੇਟ ਦਰਵਾਜ਼ੇ ਖੁੱਲੇ, ਕਿਤੇ ਗਏ ਹੋਏ। ਹੈਰਾਨ ਹੋ ਗਈ, ਦਰਵਾਜ਼ੇ ਖੁੱਲੇ ਨੇ, ਇੱਕ ਕਮਰਾ ਸਾਫ਼ ਕੀਤਾ ਹੋਇਆ, ਬਿਲਕੁਲ ਸਫਾਈ, ਝਾੜੂ ਲੱਗੇ, ਕਿੱਥੇ ਗਏ? ਦਰਵਾਜ਼ੇ ਖੁੱਲੇ ਛੱਡ ਕੇ। ਤਾਂ ਉਡੀਕਦੀ, ਇੰਨੇ ਨੂੰ ਘੜਿਆਲ ਵੱਜਣ ਦੀ ਆਵਾਜ਼ ਆਈ। ਘੜਿਆਲ ਸਮਝਦੇ ਹੋ? ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਅੱਗੇ ਸੁਚੇਤ ਕਰਨ ਵਾਸਤੇ ਵਜਾਈ ਜਾਂਦੀ। ਤਾਂ ਉਹਨੇ ਕਿਹਾ, ਮਹਾਰਾਜ ਦੇ ਸਰੂਪ ਕਿਸੇ ਦੇ ਘਰ ਆ ਰਹੇ। ਉੱਠ ਕੇ ਖਲੋ ਗਈ, ਸਿਰ ਢਕਿਆ। ਇੰਨੇ ਨੂੰ ਗੇਟਾਂ ਵਿੱਚ ਆ ਗਏ। ਤਾਂ ਹੱਥ ਜੋੜ ਕੇ ਮੱਥਾ ਟੇਕਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਘਰ ਆ ਗਏ। ਤਾਂ ਮਾਸਟਰ ਜੀ ਨੇ ਕਿਹਾ, ਭਾਗਵਾਨ ਨੇ ਇਹ ਨਾ, ਜਿੱਥੇ ਮਹਾਰਾਜ ਦਾ ਪ੍ਰਕਾਸ਼ ਸੀ, ਉਹ ਮੀਂਹ ਦੇ ਕਾਰਨ ਕਮਰਾ ਖਸਤਾ ਹਾਲਤਾਂ 'ਚ ਹੋਣ ਲੱਗ ਪਿਆ, ਤੇ ਇਹ ਗੁਰਮੁਖ ਪਿਆਰੇ ਕਹਿੰਦੇ ਤੁਹਾਡੇ ਘਰ ਪ੍ਰਕਾਸ਼ ਕਰ ਦਈਏ ਥੋੜੇ ਦਿਨ। ਤਾਂ ਕਹਿੰਦੇ ਤਾਂ ਆਪਾਂ ਮਹਾਰਾਜ ਜੀ ਦੇ ਸਰੂਪ ਲੈ ਕੇ ਆਏ। ਬਹੁਤ ਖੁਸ਼ੀ ਹੋਈ, ਬੱਚਿਆਂ ਨੂੰ ਉਠਾ ਲਿਆ ਨੀਂਦ ਚੋਂ, ਮੱਥਾ ਟੇਕਿਆ। ਇੰਨੇ ਨੂੰ ਗੁਰੂ ਕੇ ਸਿੱਖਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਿਆਰੀ ਕਰਕੇ ਪ੍ਰਕਾਸ਼ ਕਰਤਾ। ਤਾਂ ਇਹ ਮੱਥਾ ਟੇਕ ਕੇ ਨਮਸਕਾਰ ਕਰਕੇ ਬਹਿ ਗਏ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਬਹਿ ਕੇ ਅੱਖਾਂ ਭਰ ਕੇ ਰੋਣ ਲੱਗ ਪਈ। ਕਹਿੰਦੀ, ਮਹਾਰਾਜ ਮੈਨੂੰ ਤਾਂ ਤੁਹਾਡੇ ਨਾਂ ਦਾ ਮਿਹਣਾ ਮਾਰਤਾ ਮਾਂ ਨੇ। ਕਿਹੜਾ ਗੁਰੂ ਗ੍ਰੰਥ ਸਾਹਿਬ? ਠੀਕ ਤਾਂ ਹੋਇਆ ਨਹੀਂ ਤੇਰੇ ਘਰ ਵਾਲਾ। ਤਾਂ ਮਨ ਭਰ ਕੇ ਰੋ ਪਈ। ਤਾਂ ਫਿਰ ਇੰਨੇ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਬਿਆ ਬੈਠੇ ਸਿੱਖ ਨੇ ਹੁਕਮਨਾਮਾ ਲਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਬੋਲੇ, ਧੀਏ ਜਿਹੜੇ ਤੈਨੂੰ ਮੇਰੇ ਨਾਂ ਤੇ ਮਿਹਣਾ ਮਾਰਿਆ, ਜਾ ਅੱਜ ਤੋਂ ਬਾਅਦ ਤੇਰੇ ਘਰੋਂ ਦੁੱਖਾਂ ਦਾ ਡੇਰਾ ਹੀ ਚੁੱਕਿਆ ਗਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਤੇ ਹੁਕਮ ਪਤਾ ਕੀ ਆਇਆ? ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਆ, ਬਸ ਸਿੱਖ ਨੂੰ ਭਰੋਸਾ ਹੋਣਾ ਚਾਹੀਦਾ। ਮਹਾਰਾਜ ਸਿੱਧਾ ਬੋਲੇ, ਸੋਠ ਮਹੱਲਾ ਪੰਜਵਾਂ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਤਾਰੀ। ਮਹਾਰਾਜ ਨੇ ਕਿਹਾ, ਜਾ ਧੀਏ ਤੇਰੇ ਘਰੋਂ ਦੁੱਖਾਂ ਦਾ ਡੇਰਾ ਹੀ ਚੁੱਕਿਆ। ਭਾਵੇਂ ਦੇ ਅਰਥ ਆਤਮਿਕ ਤੌਰ ਤੇ ਅਧਿਆਤਮਿਕ ਤੌਰ ਤੇ ਵੀ ਸੰਬੰਧਿਤ ਹਨ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਿੱਧੀ ਬਖਸ਼ਿਸ਼ ਵੀ ਕਰਦੇ, ਬਸ ਭਰੋਸਾ ਹੋਣਾ ਚਾਹੀਦਾ। ਤਾਂ ਸਾਧ ਸੰਗਤ ਤੋਂ ਦਿਨ ਹੱਦ ਪਰਤ ਕੇ ਕਹਿੰਦੇ, ਉਹ ਬੱਚੀ ਦੇ ਘਰ ਵਾਲਾ ਮਾਸਟਰ, ਉਹਨੂੰ ਇੱਕ ਟੈਬਲੇਟ ਵੀ ਗੋਲੀ ਵੀ ਕਿਤੋਂ ਲੈਣੀ ਨਹੀਂ ਪਈ। ਪਤਾ ਹੀ ਨਹੀਂ ਅਸਥਮਾ, ਟੀਵੀ, ਰੋਗ ਕਿੱਧਰ ਚਲਾ ਗਿਆ, ਬਿਲਕੁਲ ਤੰਦਰੁਸਤ ਹੋ ਗਿਆ। ਇਹ ਸਨ 2001 ਵਿੱਚ ਅਸੀਂ ਕਾਲਜ ਦੇ ਰਸਾਲੇ ਵਿੱਚ ਵੀ ਕਹਾਣੀ ਛਾਪੀ, ਤਾਂ ਜੋ ਲੋਕਾਂ ਨੂੰ ਵਿਸ਼ਵਾਸ ਆ ਜਾਏ, ਭਰੋਸਾ ਆ ਜਾਏ, ਭਾਈ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਆ, ਗੁਰੂ ਗ੍ਰੰਥ ਸਾਹਿਬ ਜੀ ਸੁਣਦੇ ਆ, ਬਸ ਸਾਡੇ ਅੰਦਰ ਵਿਸ਼ਵਾਸ ਭਰੋਸਾ ਹੋਣਾ ਚਾਹੀਦਾ। ਹੁਣ ਦੇਖੋ, ਮੈਂ ਬੜਾ ਹੈਰਾਨ ਹੁੰਨਾ, ਲੋਕ ਆਈਲੈਟਸ ਕਰਾ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜ ਰਹੇ। 12-12 ਲੱਖ ਰੁਪਈਆ ਵੀ ਪਹਿਲਾਂ 6-6 ਲੱਖ ਫੀਸਾਂ ਭਰਦੇ, ਤਾਂ ਫਿਰ ਫਾਈਲਾਂ ਲਾ ਕੇ 6-6 ਮਹੀਨੇ ਇੰਤਜ਼ਾਰ ਕਰਦੇ, ਉਡੀਕਾਂ ਕਰਦੇ। ਏਦਾਂ ਭਾਈ ਆਪਾਂ ਗੁਰੂ ਅੱਗੇ ਅਰਦਾਸ ਕਰਕੇ ਕੋਈ ਫਾਈਲ ਲਾਤੀ, ਕੋਈ ਕੰਮ ਨੂੰ ਮਹਾਰਾਜ ਜੀ ਨੂੰ ਅਰਦਾਸ ਕੀਤੀ, ਤਾਂ ਘੱਟੋ ਘੱਟ ਵੇਟ ਤਾਂ ਕਰਨੀ ਚਾਹੀਦੀ, ਭਰੋਸਾ ਤਾਂ ਹੋਣਾ ਚਾਹੀਦਾ। ਸੋ ਉੱਥੇ ਨਹੀਂ ਆਪਾਂ ਵਿਸ਼ਵਾਸ ਕਰਦੇ। ਭਰੋਸਾ ਕਰੋ, ਵਿਸ਼ਵਾਸ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ। ਅਰਦਾਸ ਕਰਨੀ, ਮਹਾਰਾਜ ਏਕ ਟੇਕ ਇੱਕੋ ਆਧਾਰ, ਮਹਾਰਾਜ ਆਪਣੀ ਟੇਕ ਆਸਰਾ ਆਧਾਰ ਬਖਸ਼ਿਸ਼ ਕਰੋ। ਤੁਹਾਡੇ ਤੇ ਭਰੋਸਾ, ਸਾਨੂੰ ਵਿਸ਼ਵਾਸ ਵੱਜੇ। ਫਿਰ ਜਿੱਥੇ ਵਿਸ਼ਵਾਸ ਹੈ ਉੱਥੇ ਪ੍ਰੇਮ ਹੈ, ਜਿੱਥੇ ਪ੍ਰੇਮ ਹੈ ਉੱਥੇ ਪਰਮਾਤਮਾ ਹੈ। ਸੋ ਦੁਨਿਆਵੀ ਰਿਸ਼ਤਿਆਂ ਬਾਰੇ ਵੀ, ਰਿਸ਼ਤਿਆਂ 'ਚ ਵਿਸ਼ਵਾਸ ਪੈਦਾ ਕਰੋ,
ਪਤੀ ਪਤਨੀ, ਭਰਾ ਭਰਾ, ਪਿਓ ਪੁੱਤਰ, ਇਹਨਾਂ ਰਿਸ਼ਤਿਆਂ 'ਚ ਵਿਸ਼ਵਾਸ ਹੋਣਾ ਚਾਹੀਦਾ। ਫਿਰ ਪ੍ਰੇਮ ਪੈਦਾ ਹੋਏਗਾ, ਚੜ੍ਹਦੀ ਕਲਾ ਰਹੇਗੀ। ਇੱਦਾਂ ਸਿੱਖ ਤੇ ਗੁਰੂ ਦੇ ਰਿਸ਼ਤੇ ਵਿੱਚ ਵੀ ਪੂਰਨ ਵਿਸ਼ਵਾਸ ਹੋਣਾ ਚਾਹੀਦਾ, ਭਰੋਸਾ ਹੋਣਾ ਚਾਹੀਦਾ। ਇੱਥੋਂ ਤੱਕ ਵੀ ਜੇ ਕੋਈ ਝਿੜਕੇ ਤਾਂ ਮਿੱਠਾ ਲੱਗਦਾ, ਜੇ ਬਖਸ਼ੇ ਤਾਂ ਤੁਧ ਵਡਿਆਈ। ਏਦਾਂ ਗੁਰੂ ਤੇ ਪੂਰਨ ਭਰੋਸਾ ਵਿਸ਼ਵਾਸ ਹੋਣਾ ਚਾਹੀਦਾ। ਪਾਤਸ਼ਾਹ, ਇਹ ਸਭ ਕੁਝ ਤੇਰਾ ਹੈ, ਸੁੱਖ ਦੁੱਖ ਹਰ ਸੋ ਖੁਸ਼ੀ ਗਮ। ਮਹਾਰਾਜ ਕਦੇ ਸਾਨੂੰ ਡੋਲਣ ਨਾ ਦੇਈ, ਉਹਦੇ ਚਰਨਾਂ ਵਿੱਚ ਅਰਦਾਸ ਕਰੀਏ। ਹਾਂ, ਪਾਇਓ ਬਾਲ ਬੁੱਧ ਸੁੱਖ ਰੇ, ਬੱਚਿਆਂ ਵਾਲੀ ਅਵਸਥਾ ਵਿੱਚ ਆਪਾਂ ਨੂੰ ਸੁੱਖ ਹੈ, ਸਿਆਣਪ ਚਲਾਕੀ ਨਹੀਂ। ਇਹ ਜ਼ਰੂਰ ਮਹਾਰਾਜ ਨੇ ਲਿਖ ਕੇ ਦਿੱਤਾ, ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਭਾਈ, ਇੱਕ ਆਸ, ਵਿਸ਼ਵਾਸ, ਭਰੋਸਾ ਰੱਖੋ, ਤੁਹਾਡੇ ਜੀਵਨ ਵਿੱਚੋਂ ਦੁੱਖ ਭਰਮ ਸਭ ਚਲੇ ਜਾਣਗੇ। ਸੋ ਆਪਾਂ ਵਿਸ਼ਵਾਸ ਰੱਖਣਾ ਹੈ, ਭਰੋਸਾ ਰੱਖਣਾ ਹੈ। ਤੇ ਇਸ ਤਰ੍ਹਾਂ ਸੋ ਵਿਸ਼ਵਾਸ ਰੱਖਣਾ, ਜਿਵੇਂ ਇੱਕ ਛੋਟੀ ਜਿਹੀ ਬੱਚੀ ਨਦੀ ਚੋਂ ਲੰਘਣ ਲੱਗੇ ਤਾਂ ਉਹਦੇ ਪਿਤਾ ਨੇ ਕਿਹਾ, ਨਾਲ ਹੋਰ ਵੀ ਬੰਦੇ ਸੀ, ਉਹ ਕਹਿੰਦੇ ਬੇਟਾ ਮੇਰਾ ਹੱਥ ਘੁੱਟ ਕੇ ਪਕੜ ਲਾ ਪਾਣੀ ਵਿੱਚ। ਤਾਂ ਨਦੀ ਤੁਰ ਕੇ ਪਾਰ ਕਰਨੀ ਸੀ, ਥੋੜਾ ਜਿਹਾ ਪਾਣੀ ਸੀ। ਤਾਂ ਜਦੋਂ ਨੇ ਆਪਣੇ ਪਿਤਾ ਦਾ ਹੱਥ ਪਕੜ ਲਿਆ, ਫਿਰ ਨਾਲ ਹੀ ਹੱਥ ਛੱਡ ਦਿੱਤਾ। ਕਹਿੰਦੀ ਪਿਤਾ ਜੀ, ਮੈਂ ਨਹੀਂ ਤੁਹਾਡਾ ਹੱਥ ਪਕੜਨਾ, ਤੁਸੀਂ ਮੇਰਾ ਹੱਥ ਪਕੜ ਲਓ। ਤਾਂ ਬਾਕੀ ਸਾਰੇ ਹੱਸ ਪਏ, ਕਹਿੰਦੇ ਬੇਟਾ ਤੂੰ ਤਾਂ ਛੋਟੀ ਜਿਹੀ ਆ, ਲੰਘਣਾ ਤਾਂ ਤੂੰ ਹੈ ਪਾਰ, ਨਿਰਬਲ ਤਾਂ ਤੂੰ ਹੈ, ਇਸ ਲਈ ਹੱਥ ਤੈਨੂੰ ਪਕੜਨਾ ਚਾਹੀਦਾ। ਤੇਰੇ ਪਿਤਾ ਨੂੰ ਤੇਰੇ ਸਹਾਰੇ ਦੀ ਲੋੜ ਨਹੀਂ ਹੈ, ਤੈਨੂੰ ਉਹਦੇ ਸਹਾਰੇ ਦੀ ਜ਼ਰੂਰਤ ਹੈ। ਤਾਂ ਉਹ ਬੱਚੀ ਨੇ ਬਹੁਤ ਪਿਆਰੀ ਗੱਲ ਕਹੀ, ਸਾਰਿਆਂ ਦੀ ਅੱਖਾਂ ਵਿੱਚ ਅਥਰੂ ਭਰ ਗਏ। ਉਹ ਬੱਚੀ ਬੋਲੀ, ਕਹਿੰਦੀ ਹਾਂ ਮੈਂ ਨਿਰਬਲ ਹਾਂ, ਮੈਨੂੰ ਆਸਰੇ ਦੀ ਲੋੜ ਹੈ, ਪਿਤਾ ਨੂੰ ਆਸਰੇ ਦੀ ਲੋੜ ਨਹੀਂ। ਪਰ ਮੈਂ ਪਿਤਾ ਜੀ ਨੂੰ ਕਹਾਂਗੀ ਤੁਸੀਂ ਮੇਰਾ ਹੱਥ ਪਕੜ ਲਓ। ਕਿਉਂ? ਕਿਉਂਕਿ ਹੋ ਸਕਦਾ ਕਿਤੇ ਪਾਣੀ ਡੂੰਘਾ ਹੋਵੇ, ਪੈਰ ਫਿਸਲ ਜਾਏ, ਮੈਂ ਡਰ ਜਾਵਾਂ। ਤਾਂ ਡਰ ਕੇ ਮੈਂ ਤਾਂ ਪਿਤਾ ਦਾ ਹੱਥ ਛੱਡ ਸਕਦੀ ਹਾਂ, ਪਰ ਪਿਤਾ ਜੀ ਮੇਰਾ ਹੱਥ ਕਦੇ ਨਹੀਂ ਛੱਡਣਗੇ। ਉਹ ਜਦੋਂ ਵੀ ਕਿਤੇ ਪੈਰ ਫਿਸਣ ਲੱਗੇਗਾ, ਹੋਰ ਹੱਥ ਘੁੱਟ ਕੇ ਪਕੜ ਕੇ, ਬਾਂਹ ਪਕੜ ਕੇ ਪਾਰ ਲੰਘਾ ਦੇਣਾ। ਇਸ ਤਰ੍ਹਾਂ ਸਾਧ ਸੰਗਤ ਜਿਵੇਂ ਦੁਨਿਆਵੀ ਪਿਓ ਆਪਣੇ ਬੱਚਿਆਂ ਲਈ ਕਰਦਾ ਹੈ, ਏਦਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਸਾਡੇ ਪਿਤਾ ਹਨ। ਆਪਾਂ ਆਪਣੀ ਬਾਂਹ ਮਹਾਰਾਜ ਨੂੰ ਪਕੜਾਉਣੀ, ਮਹਾਰਾਜ ਜੀ ਤੁਸੀਂ ਕਿਰਪਾ ਕਰੋ, ਰਾਖ ਪਿਤਾ ਭਰਾ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਫਿਰ ਗੁਰੂ ਬਾਂਹ ਪਕੜੇਗਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭੋ ਕਿਹਾ ਕਾੜਾ ਜੀਓ। ਇਸ ਤਰ੍ਹਾਂ ਅੱਜ ਦਾ ਜੋ ਵਿਸ਼ਾ ਸੀ ਉਹ ਸੀ ਗੁਰੂ ਤੇ ਭਰੋਸਾ, ਵਿਸ਼ਵਾਸ। ਸੋ ਯਤਨ ਕਰੋ, ਅਰਦਾਸ ਕਰੋ ਮਹਾਰਾਜ ਦੇ ਚਰਨਾਂ 'ਚ, ਮਹਾਰਾਜ ਤੇ ਭਰੋਸਾ ਵਿਸ਼ਵਾਸ ਬਣਿਆ ਰਵੇ। ਮਹਾਰਾਜ ਕਦੇ ਸਾਨੂੰ ਦੁੱਖ ਵਿੱਚ ਕਿਸੇ ਵੀ ਅਵਸਥਾ ਵਿੱਚ ਡੋਲਣ ਨਾ ਦੇਣ, ਤਾਂ ਜੋ ਆਪਣਾ ਜੀਵਨ ਜਨਮ ਸਫਲ ਹੋਵੇ। ਪੜ੍ਹਾਈਆਂ ਵੀ ਕਰੋ, ਵੱਧ ਤੋਂ ਵੱਧ ਐਜੂਕੇਸ਼ਨ, ਅਕੈਡਮਿਕ ਐਜੂਕੇਸ਼ਨ ਜਿਹੜੀ ਬੱਚਿਆਂ ਨੂੰ ਲੈਣੀ ਚਾਹੀਦੀ, ਪਰ ਵਿਸ਼ਵਾਸ ਭਰੋਸਾ ਪਰਮਾਤਮਾ ਤੇ ਰੱਖੋ, ਤੇ ਫਿਰ ਉਹਦੀਆਂ ਬਖਸ਼ਿਸ਼ਾਂ ਕਿਰਪਾ ਦੇ ਆਪਾਂ ਪਾਤਰ ਬਣਾਂਗੇ। ਹੋਣਗੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਸਾਰੇ ਪ੍ਰਬੰਧਕਾਂ ਦਾ, ਗੁਰਮੁਖ ਪਿਆਰਿਆਂ ਦਾ ਧੰਨਵਾਦ, ਜਿਨ੍ਹਾਂ ਨੇ ਇੰਨਾ ਉਪਰਾਲਾ ਕੀਤਾ। ਜਿੰਨੇ ਆਨਲਾਈਨ ਜੁੜੇ ਹੋਏ ਬੱਚੇ, ਸਾਰੇ ਸਟੂਡੈਂਟ ਬੱਚਿਆਂ ਦਾ ਸੰਗਤੀ ਰੂਪ ਵਿੱਚ ਧੰਨਵਾਦ ਹੈ, ਜੋ ਸਮਾਂ ਕੱਢ ਕੇ ਕੀਰਤਨ ਗੁਰਮਤਿ ਵਿਚਾਰਾਂ ਸੁਣ ਰਹੇ ਹੋ। ਸਾਰੀਆਂ ਸੰਗਤਾਂ ਦਾ, ਬੱਚਿਆਂ ਦਾ, ਸਭ ਦਾ ਧੰਨਵਾਦ, ਪ੍ਰਬੰਧਕਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਸਰਬਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪਣੇ ਨਿਰਜੀਵਿਆਂ ਦੇ ਵਿੱਚੋਂ ਟਾਈਮ ਕੱਢ ਕੇ ਬੱਚਿਆਂ ਦੇ ਨਾਲ ਵਿਚਾਰਾਂ ਕੀਤੀਆਂ ਨੇ, ਤੇ ਬੜੇ ਸੋਹਣੇ ਤਰੀਕੇ ਦੇ ਨਾਲ, ਸੌਖੇ ਤਰੀਕੇ ਦੇ ਨਾਲ ਬੱਚਿਆਂ ਨੂੰ ਇੱਕ ਕਹਾਣੀ ਦੇ ਨਾਲ ਸਮਝਾਉਣਾ ਕੀਤਾ ਕਿ ਗੁਰੂ ਤੇ ਭਰੋਸਾ, ਦੁੱਖ ਵੇਲੇ, ਸੁੱਖ ਵੇਲੇ, ਹਰ ਵੇਲੇ ਸਾਨੂੰ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਹੈ, ਕਿਉਂਕਿ ਗੁਰੂ ਹੀ ਸਾਰਿਆਂ ਦਾ ਰਾਖਾ ਹੈ ਤੇ ਹਰ ਵੇਲੇ ਰਾਖਾ ਹੈ, ਹਰ ਥਾਂ ਤੇ ਰਾਖਾ ਹੈ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਂ ਕਾ ਅੰਤਰਜਾਮੀ। ਗੁਰੂ ਹੀ ਰਾਖਾ ਹੈ ਸਾਡਾ। ਸੋ ਬਹੁਤ ਬਹੁਤ ਧੰਨਵਾਦ ਜੀ। ਤੇ ਜਿਹੜੇ ਕਿਸੇ ਬੱਚੇ ਦਾ ਵੀ, ਜੋ ਵੀਰ ਜੀ ਨੇ ਬੋਲਿਆ ਗੁਰੂ ਤੇ ਭਰੋਸਾ, ਇਹਦੇ ਬਾਰੇ ਕਿਸੇ ਬੱਚੇ ਦਾ ਵੀ ਸਵਾਲ ਹੈ ਕੋਈ, ਤਾਂ ਉਹ ਆਪਣਾ ਹੈਂਡ ਰੇਜ਼ ਕਰਨ ਜੀ। ਵੀਰ ਜੀਆਂ ਨੂੰ ਬੇਨਤੀ ਹੈ ਕਿ ਉਹ ਬੱਚਿਆਂ ਦੇ ਸਵਾਲ
ਸੁਣ ਕੇ ਜਵਾਬ ਦੇਣਗੇ ਜੀ। ਭੈਣ ਜੀ ਉਸ ਤੋਂ ਪਹਿਲਾਂ ਅੰਕਲ ਜੀ ਜਸਵਿੰਦਰ ਸਿੰਘ ਜੀ ਆਪਣੇ ਜਿਹੜਾ ਵਿਸ਼ਾ ਉਹ ਲੈਣਗੇ ਜੀ ਇਸੇ ਵਿਸ਼ੇ ਤੇ। ਹਾਂਜੀ। ਵਾਹਿਗੁਰੂ ਜੀ, ਵਾਹਿ ਖਾਲਸਾ, ਵਾਹਿ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਪਹਿਲਾਂ ਤਾਂ ਵੀਰ ਜੀ ਦਾ ਧੰਨਵਾਦ ਕਰਦਾ ਕਿ ਬਹੁਤ ਹੀ ਕਮਾਲ ਦੀ ਬੱਚਿਆਂ ਨੂੰ ਭਰੋਸੇ ਵਾਲੀ ਗੱਲ ਕੀਤੀ ਵੀਰ ਜੀ ਨੇ, ਤੇ ਮੇਰੇ ਮਨ 'ਚ ਵੀ ਆਇਆ। ਮੈਂ ਕਿਹਾ ਬੇਟੀ ਨੂੰ ਮੈਂ ਕਹਾਂ, ਮੈਂ ਕਿਹਾ ਮੈਨੂੰ ਵੀ 5 ਮਿੰਟ ਦੱਸੋ। ਔਰ ਬਹੁਤ ਸਾਰੇ ਬੱਚਿਆਂ ਨੂੰ ਪਤਾ ਹੈ, ਮੈਂ ਇੱਕ ਵਾਰੀ ਦੱਸਿਆ ਸੀਗਾ, ਇਹ ਮੇਰਾ ਸੱਚ ਹੈ ਜੋ ਮੈਂ ਹੁਣ ਇਸ ਵੇਲੇ ਇੰਗਲੈਂਡ ਤੋਂ ਬੋਲ ਰਿਹਾ। ਇੱਥੇ ਇੰਗਲੈਂਡ ਦਾ ਸਭ ਤੋਂ ਵੱਡਾ ਡਾਕਟਰ ਤੇ ਮੇਰੀ ਬੇਟੀ ਮੇਰੇ ਨਾਲ ਸੀਗੀ, ਤੇ ਮੈਨੂੰ ਤਕਲੀਫ ਹੋਈ ਸੀਗੀ, ਤੇ ਮੈਨੂੰ ਡਾਕਟਰ ਨੇ, ਇੰਗਲੈਂਡ ਦੇ ਡਾਕਟਰ ਨੇ ਕਿਹਾ ਸੀਗਾ ਬੱਚਿਓ ਕਿ ਯੂ ਗਟ 30 days to live, ਤੂੰ 30 ਦਿਨਾਂ ਬਾਅਦ ਮਰ ਜਾਣਾ ਹੈ। ਇੰਨੀ ਸੀਰੀਅਸ ਮੈਨੂੰ ਕੈਂਸਰ ਦੀ ਬਿਮਾਰੀ ਦੱਸੀ ਗਈ ਸੀਗੀ। 2006 ਦੀ ਗੱਲ ਹੈ। ਉਦੋਂ ਹੀ ਭਾਈ ਸਾਹਿਬ ਜਸਬੀਰ ਸਿੰਘ ਖਾਲਸਾ ਖੰਨੇ ਵਾਲੇ, ਜਿਨ੍ਹਾਂ ਨੇ ਮੇਰੀ ਵਾਈਫ ਨੂੰ ਕਿਹਾ ਸੀਗਾ ਕਿ ਅੱਛਾ ਜੀ ਤੁਸੀਂ ਰੋਜ਼ ਸਹਿਜ ਪਾਠ ਕਰਿਆ ਕਰਨਾ, ਤੇ ਮੈਨੂੰ ਕਹਿੰਦੇ ਸੀ ਤੂੰ ਕੰਮ ਤੋਂ ਘਰ ਆ ਕੇ ਰੋਜ਼ ਸਹਿਜ ਪਾਠ ਅੱਧਾ ਘੰਟਾ 40 ਮਿੰਟ ਸੁਣਿਆ ਕਰ। ਔਰ ਮੈਂ ਇਸ ਤਰ੍ਹਾਂ ਰੋਜ਼ ਪਾਠ ਜਾ ਕੇ ਸੁਣਦਾ ਸੀ। ਮੇਰੀ ਵਾਈਫ ਕਰਦੀ ਸੀ, ਦਿੱਲੀ ਬੰਗਲਾ ਸਾਹਿਬ ਸਕੂਲ ਦੀ ਪੜ੍ਹੀ ਹੋਈ ਆ, ਗੁਰੂ ਸਾਹਿਬ ਦੀ ਕਿਰਪਾ। ਤੇ ਮੈਂ 30-40 ਦਿਨ ਜਦੋਂ ਪਾਠ ਕੀਤਾ, ਬਲਕਿ ਥੋੜਾ ਜ਼ਿਆਦਾ ਹੀ ਸਮਾਂ ਹੋ ਗਿਆ ਸੀ, 4-5 ਮਹੀਨੇ ਹੋ ਗਏ ਉਹਨੇ ਸ਼ਰਤ ਕੀਤਾ, ਮੈਨੂੰ ਹੁਣ ਯਾਦ ਨਹੀਂ, 2006 ਦੀ ਗੱਲ ਹੈ। ਤੇ ਮੇਰੇ ਪੇਟ ਦੀ ਤਕਲੀਫ ਹੋਈ, ਔਰ ਬੱਚਿਆਂ ਨੂੰ ਦੱਸਿਆ ਮੈਂ ਬੜਾ ਫਿਜ਼ੀਕਲੀ ਫਿਟ ਬੰਦਾ ਵਾਂ, ਮੈਂ 73 ਸਾਲ ਦਾ ਹੋ ਗਿਆ, ਮੈਂ ਬੜੀ ਦੌੜਾਂ ਸੈਰ ਸੁਰ ਕਰਦਾ, ਔਰ ਮੈਂ ਆਲ ਇੰਡੀਆ ਯੂਨੀਵਰਸਿਟੀ ਰਿਕਾਰਡ ਹੋਲਡਰ ਰਿਹਾ। ਮੈਂ ਦਿੱਲੀ ਦਾ ਕੈਪਟਨ ਸੀਗਾ 1966 ਵਿਚਕਾਰ। ਖੈਰ ਐਨੀਵੇ, तो मैं बड़ा फिजिकली फिट, कभी मैंने तकलीफ होई नहीं। मैं बेटी नूं कहा बेटे चल चलिए चैकअप करा लीए, कभी कोई अज तक तकलीफ होई नहीं है, कोई सीरीयस गल ना होवे किधरे। तो उदों जो गए सी डॉक्टर को चैकअप तो बाद मेरी बेटी अंग्रेजी च गल्लां कर रही, उहदे नाल मैं देखिया जोर जोर दी रो रही सी। हुण गुरु साहब की कृपा, मेरे बच्चे दोनों अखंड पाठी भी है, कीर्तन भी कर लैंदे आ, ते दूरों जो रोंदे वेख्या बच्ची नूं, मैं दूरों आवाज मारी, वो मैं पुत्तर तू रोंदी क्यों पई, क्योंकि मैं समझ गया कि डॉक्टर ने कुछ दसता कि इहनूं सीरीयस बीमारी आ गई है। ते ओह रोंदी क्यों पई है, तैनूं ते मैं असली पिता दे लड़ ला च चलिया, ते मैं क्योंकि अखंड पाठ भी करन दी, कीर्तन भी करदी, गुरु साहब लड़ लगी हुई अमृतधारी सी बच्ची। तो हुण यही बच्चों नूं मैं दसना चाहना इत्थे कि मैं बिल्कुल प्रतख रोल मॉडल हैगा वां। और वो 30 दिनों बाद की 40वें दिन मेरे घर डॉक्टर आ गया जी, और डॉक्टर आप पुछदा किहड़ी दवाई खांदा रहा। हुण मैनूं अंग्रेजी आंदी है, इत्थे 52 साल हो गए रहिंदे आ, ते डॉक्टर नूं समझाया मैं अंग्रेज नूं कि बई ये साडी बाणी जिन्नी शक्ति है, विश्वास करिए, ये दुख रोग संताप उतरे, सुनी सच्ची बाणी, ये बिल्कुल अखर अखर गुरु ग्रंथ साहब लिखिया सच है। तो मैं बिल्कुल सच बोलदा वां। अज मैनूं तकरीबन 13 साल हो गए इस गल नूं, 2006 की गल है, मैं तां मरिया कोई नहीं, और गुरु साहब की कृपा ही कृपा है। तो ये सेवा गुरु साहब मेरे को लै रहे कि भरोसे वास्ते अज वीर जी साडे कोल पहुंचे आ। मैं जिन्ना भी धन्नवाद करा थोड़ा है, क्योंकि वीर जी इहो जिहे सानूं वीर चाहिए आ जिहड़े साडे बच्चों का विश्वास बढ़ाउण, क्योंकि धागे तवीजां च बहुत फस गए माता पिता। तो ये आपां कढणे आ सारे, ते गुरु ग्रंथ साहब भरोसा करके गुरु ग्रंथ साहब नाल लड़ लगिए और वाधू पढ़ाई करिए। ये गुरु साहब सेवा लै रहे हो दास तो, जिन्हें स्वास मेरे बाकी है, ये दास ने सेवा करनी है, क्योंकि मन भी तेरा, तन भी तेरा, धन भी तेरा, मेरा मुझ में कुछ नहीं, जो कुछ है सो तेरा, तेरा तुझको सौंप दे क्या लागे मेरा। ये भाई साहब भाई जसबीर सिंह खालसा खन्ने वाला थापड़ा, तो दास लैके सेवा कर रहा है। और बहुत बहुत धन्यवाद वीर जी तुहाडा भी, तो सारे मेरे बच्चों का, सारी टीम का, जो कि इन्ने सोहने कैंप चल रहे साडे, और साडे बच्चे बड़े स्ट्रोंग हो रहे हैं जी। मैं देख रहा बच्चियां बच्चे, बहुत कृपा हो रही है। सो ये मैं जरूर मेरे मन च आया सी, क्योंकि अज वीर जी ने जो भाई साहब जी ने सानू सुनाया, तो मैं तो इत्थे विराग च बैठा हुआ सी, मेरी अखां बिल्कुल भर गई चंगी तरह, पर मेरी जिंदगी च यही कुछ होके हटिया। तो दुख सुख तो परमात्मा ने बनाए हुए है, आपां घबराना नहीं है, गुरु साहब ते विश्वास करना है। तो इत्थे ही मैं फतेह बुलाना वा आप जी भाई साहब कोलों बच्चों नाल बेशक सवाल जवाब करने करो जी। वाहिगुरू जी का खालसा, वाहिगुरू जी की फतेह। ਵੀਰ ਜੀਆਂ ਤੋਂ ਉਹਨਾਂ ਦੀ ਸਟੋਰੀ ਸੁਣ ਕੇ ਸਾਨੂੰ ਵੀ ਇੰਨਾ ਵਿਸ਼ਵਾਸ ਆ ਜਾਂਦਾ, ਸੱਚਮੁੱਚ ਉਹ ਮਹਿਸੂਸ ਕਰੀਦਾ ਵਾਹਿਗੁਰੂ ਨੂੰ ਨੇੜੇ ਹੋ ਕੇ ਕਿ ਸੱਚਮੁੱਚ ਵਾਹਿਗੁਰੂ ਜੀ ਹੈ, ਤੇ ਸਾਡਾ ਭਰੋਸਾ ਨਹੀਂ ਬਣਦਾ। ਕਈ ਵਾਰੀ ਅਸੀਂ ਕਮਜ਼ੋਰ ਹੁੰਦੇ ਆ, ਉੱਥੇ ਸਾਡੀ ਕਮਜ਼ੋਰੀ ਹੁੰਦੀ ਹੈ, ਵਾਹਿਗੁਰੂ ਜੀ ਤੇ ਹਾਜ਼ਰ ਨਾਜ਼ਰ ਨੇ, ਉਹ ਸੁਣਦੇ ਨੇ। ਬਹੁਤ ਸਾਰੇ ਇਸ ਤਰ੍ਹਾਂ ਦੇ ਅਨੁਭਵ ਹੈ ਜਿਹੜੇ ਸਾਡੇ ਨਾਲ ਸਾਂਝੇ ਕਰਦੇ ਰਹਿੰਦੇ ਅੰਕਲ ਜੀ। ਬਹੁਤ ਇਹਨਾਂ ਦੇ ਜੀਵਨ ਦੇ ਵਿੱਚ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ, ਸਤਿਗੁਰੂ ਜੀ ਨੇ ਨੇੜੇ ਹੋ ਕੇ ਦੇਖਿਆ, ਤੇ ਅੰਕਲ ਜੀ ਤੋਂ ਵੀ ਅਸੀਂ ਸੇਧ ਲੈਂਦੇ ਰਹਿੰਦੇ ਆ। ਸਾਨੂੰ ਸਪਿਰਿਟ ਮਿਲਦੀ ਆ, ਸਾਨੂੰ એનર્ਜੀ ਮਿਲਦੀ ਆ, ਤੇ ਇਹਨਾਂ ਦੀਆਂ ਗੱਲਾਂ ਸੁਣ ਕੇ ਬਹੁਤ ਬਹੁਤ ਧੰਨਵਾਦ ਅੰਕਲ ਜੀ ਦਾ, ਜਿਨ੍ਹਾਂ ਨੇ ਫਿਰ ਗੁਰੂ ਤੇ ਭਰੋਸੇ ਦੀ ਇੱਕ ਹੋਰ ਆਪਣੀ ਜਿਵੇਂ ਹੱਡ ਬੀਤੀ ਸੁਣਾ ਕੇ ਸਾਨੂੰ ਭਰੋਸਾ ਦਵਾਇਆ।
ਸੋ ਹੁਣ ਬੱਚਿਆਂ ਦੇ ਕੁਝ ਹੈਂਡ ਰੇਜ਼ ਨੇ, ਆਪਾਂ ਉਹ ਲਵਾਂਗੇ ਜੀ। 13811 ਜੀ, EPP ਨੰਬਰ 13811। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਜੀ, ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਸਾਨੂੰ ਮਤਲਬ ਇੰਨੀ ਵਧੀਆ ਐਗਜ਼ਾਮਪਲ ਦਿੱਤੀ ਕਿ ਆਪਾਂ ਨੂੰ ਸਾਡੇ ਗੁਰੂ ਤੇ ਭਰੋਸਾ ਕਰਨਾ ਚਾਹੀਦਾ ਹੈ। ਸਾਡਾ ਹੀ ਭਰੋਸਾ ਕਈ ਵਾਰ ਟੋਲ ਜਾਂਦਾ ਹੈ ਤੇ ਗੁਰੂ ਜੀ ਮਤਲਬ ਹਰ ਪਲ ਸਾਡੇ ਨਾਲ ਹੁੰਦੇ ਨੇ, ਸਾਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ। ਇੱਕ ਛੋਟੀ ਜਿਹੀ ਘਟਨਾ ਦੱਸਣਾ ਚਾਹੁੰਦੀ ਹਾਂ, ਜਾਂ ਕਹਾਣੀ ਜਿਹਨੂੰ ਕਹਿ ਸਕਦੇ ਹਾਂ, ਕਿ ਇੱਕ ਲੇਡੀ ਹਸਬੈਂਡ ਦੀ ਨਾ ਬਾਥਰੂਮ ਵਿੱਚ ਨਾ ਪੱਥਰੀ ਆ ਗਈ ਸੀ। ਉਹ ਬਹੁਤ ਵੱਡੇ ਸਾਈਜ਼ ਦੇ ਸੀ ਤੇ ਉਹਦੇ ਹਸਬੈਂਡ ਨੇ ਬੜਾ ਮਤਲਬ ਕਹਿੰਦੇ ਵੀ ਬੜੀ ਦਵਾਈ ਖਾਧੀ ਪਰ ਉਹਨੂੰ ਆਰਾਮ ਨਹੀਂ ਆਇਆ। ਤੇ ਉਹ ਜਿਹੜਾ ਹੈ ਸੀ ਪੁਰਸ਼, ਉਹ ਮਤਲਬ ਗੁਰੂ ਤੇ ਕਦੇ ਵਿਸ਼ਵਾਸ ਨਹੀਂ ਕੀਤਾ, ਕਦੇ ਵੀ ਉਹਨੇ ਗੁਰੂ ਦਾ ਪਾਠ ਕੀਤਾ। ਗੁਰੂ ਜੀ ਦੀ ਇਸਤਰੀ ਸੀ, ਉਹ ਹਰ ਪਲ ਗੁਰੂ ਦਾ ਪਾਠ ਕਰਦੀ ਸੀ, ਉਹਨੂੰ ਆਪਣੇ ਗੁਰੂ ਤੇ ਬੜਾ ਭਰੋਸਾ ਸੀ। ਪਰ ਜਿਹੜਾ ਉਹ ਪੁਰਸ਼ੀ ਸੀ, ਉਹ ਕਦੀ ਵੀ ਕਿਸੇ ਦੀ ਮਤਲਬ ਉਹਦੀ ਗੱਲ ਨਹੀਂ ਸੀ ਮੰਨਦਾ। ਉਹ ਭਾਵੇਂ ਜੋ ਮਰਜ਼ੀ ਕਹਿੰਦੀ ਹੈ ਕਿ ਗੁਰੂ ਜੀ ਦਾ ਪਾਠ ਕਰ ਲਾ ਕਿ ਤੂੰ ਠੀਕ ਹੋ ਜਾਏਗਾ, ਪਰ ਉਹ ਨਹੀਂ ਸੀ ਮੰਨਦਾ। ਇੱਕ ਦਿਨ ਅਚਾਨਕ ਉਹਦੀ ਬੜੀ ਦਰਦ ਹੋਈ, ਉਹਨੂੰ ਮਤਲਬ ਕੁਝ ਸਮਝ ਨਹੀਂ ਆਇਆ ਤੇ ਉਹਨੂੰ ਹਸਪਤਾਲ ਖੜਨਾ ਪਿਆ। ਪਰ ਬਾਅਦ ਵਿੱਚ ਜਦੋਂ ਉਹ ਘਰ ਆਇਆ ਤੇ ਉਹਦੀ ਪਤਨੀ ਨੇ ਕਿਹਾ ਕਿ ਤੂੰ ਮੇਰੀ ਜ਼ਿੰਦਗੀ ਵਿੱਚ ਕਦੀ ਕੋਈ ਗੱਲ ਨਹੀਂ ਮੰਨੀ, ਪਰ ਜੇ ਤੂੰ ਮੇਰੀ ਇੱਕ ਗੱਲ ਮੰਨ ਲੇਗਾ ਤੇ ਤੂੰ ਜ਼ਰੂਰ ਬਚ ਜਾਏਗਾ। ਮੈਂ ਜਦੋਂ ਪਾਠ ਕਰੂੰਗੀ ਤੂੰ ਮੇਰੇ ਲਾਗੇ ਬੈਠ ਕੇ ਜ਼ਰੂਰ ਸੁਣ ਤੇ ਗੁਰੂ ਨੂੰ ਅੰਦਰ ਵਾਹਿਗੁਰੂ ਵਾਹਿਗੁਰੂ ਕਰ, ਜ਼ਰੂਰ ਤੇਰੀ ਪ੍ਰੋਬਲਮ ਜਿਹੜੀ ਹੱਲ ਹੋ ਜਾਏਗੀ। ਤੂੰ ਗੁਰੂ ਤੇ ਵਿਸ਼ਵਾਸ ਰੱਖ। ਉਸ ਇਸਤਰੀ ਨੇ ਪੁਰਸ਼ ਨੇ ਦੋਨਾਂ ਨੇ ਪਾਠ ਕਰਨਾ ਤੇ ਇੱਕ ਦਿਨ ਉਸ ਪੁਰਸ਼ ਦੀ ਜਿਹੜੀ ਆ ਬਹੁਤ ਵੱਡੀ ਪੱਥਰੀ ਜਿਹੜੀ ਕਿ ਨਿਕਲ ਨਹੀਂ ਸੀ ਸਕਦੀ, ਉਹ ਬਾਥਰੂਮ ਦੇ ਰਾਹੀਂ ਆਪੇ ਨਿਕਲ ਗਈ। ਸੋ ਸਾਨੂੰ ਆਪਣੇ ਗੁਰੂ ਤੇ ਵਿਸ਼ਵਾਸ ਕਰਨਾ ਚਾਹੀਦਾ। ਇਹੋ ਜਿਹੀਆਂ ਮੋਟੀਵੇਸ਼ਨ ਕਹਿੰਦੇ ਕਥਾ ਕਹਾਣੀਆਂ ਸੁਣਨੀਆਂ ਚਾਹੀਦੀਆਂ ਜਿਨ੍ਹਾਂ ਨਾਲ ਅਸੀਂ ਆਪਣੇ ਭਰੋਸੇ ਤੋਂ ਕਦੀ ਵੀ ਮਤਲਬ ਡੋਲੀਏ ਨਾ। ਆਪਾਂ ਨੂੰ ਗੁਰੂ ਤੇ ਹਮੇਸ਼ਾ ਭਰੋਸਾ ਕਰਨਾ। ਜਸਵੀਰ ਸਿੰਘ ਜੀ ਵੀ ਵਾਈਸੀ ਜਸਵੀਰ ਸਿੰਘ ਜੀ, ਹਾਂਜੀ ਵੀ ਕੁਝ ਕਹਿਣਾ ਚਾਹੁੰਦੇ ਆ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜੀ। ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵੀਰ ਜੀ ਦਾ, ਗਿਆਨੀ ਸਰਬਜੀਤ ਸਿੰਘ ਜੀ, ਜਿਨ੍ਹਾਂ ਨੇ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਚੱਲ ਰਹੇ ਗੁਰਮਤਿ ਸਮਰ ਕੈਂਪ ਵਿੱਚ ਬੱਚਿਆਂ ਨਾਲ ਵਿਚਾਰਾਂ ਦੀ ਸਾਂਝ ਪਾਈ। ਤੇ ਆਓ ਆਪਾਂ ਵੀ ਸਾਰੇ ਗੁਰੂ ਤੇ ਵਿਸ਼ਵਾਸ ਕਰੀਏ, ਔਰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਤੇ ਜਦੋਂ ਵਿਸ਼ਵਾਸ ਰੱਖੀਏ ਤੇ ਦਸਵੰਧ ਦੀ ਸੇਵਾ ਵੀ ਕਰੀਏ। ਤੇ ਸਭ ਤੋਂ ਵੱਡੀ ਦਵਾਈ ਜਿਹੜੀ ਸਾਡੀ ਉਹ ਨਾਮ ਹੈ, ਕਿਉਂਕਿ ਸਿੱਖ ਤੇ ਗੁਰੂ ਦੇ ਰਿਸ਼ਤੇ 'ਚ ਵਿਸ਼ਵਾਸ ਹੋਣਾ, ਜਿੱਦਾਂ ਵੀਰ ਜੀ ਨੇ ਦੱਸਿਆ, ਸਾਡਾ ਜ਼ਰੂਰੀ ਹੈ। ਆਪਾਂ ਵੀ ਸਾਰੇ ਬੱਚੇ ਪ੍ਰਣ ਕਰੀਏ, ਹਰ ਰੋਜ਼ ਦਾ ਨਿਤਨੇਮ ਨਾਲ ਨਾਲ ਸਹਿਜ ਪਾਠ ਜ਼ਰੂਰ ਕਰਦੇ ਰਹੀਏ, ਕਿਉਂਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ, ਔਰ ਦੁੱਖ ਸੁੱਖ ਦੋਨੋਂ ਸਮ ਕਰ ਜਾਣਾ ਹੈ। ਆਪਾਂ ਜ਼ਰੂਰ ਗੁਰੂ ਜੀ ਤੇ ਵਿਸ਼ਵਾਸ ਰੱਖੀਏ। ਜੇ ਕੋਈ ਬਿਮਾਰੀ ਆ ਵੀ ਜਾਵੇ ਤਾਂ ਆਪਾਂ ਪੜ੍ਹੀਏ ਕਿ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਆ ਖੁਦ ਮੁਖ ਦੇਵੈ, ਕੱਟ ਹੈ ਜਮ ਕੀ ਫੰਦਾ। ਸੋ ਅਸੀਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੂਰੀ ਟੀਮ ਵੱਲੋਂ, ਜਿਨ੍ਹਾਂ ਨੇ ਸਾਡੇ ਪਹਿਲੇ ਬੁਲਾਵੇ ਤੇ ਵੀਰ ਜੀ ਨੇ ਆ ਕੇ ਸਾਡੇ ਬੱਚਿਆਂ ਨਾਲ ਸਾਂਝ ਪਾਈ। ਉਮੀਦ ਰੱਖਦੇ ਹਾਂ ਕਿ ਵੀਰ ਜੀ ਜ਼ਰੂਰ ਅਸੀਂ ਫਿਰ ਵੀ ਕਿਤੇ ਬੁਲਾਵਾਂਗੇ ਤਾਂ ਵੀਰ ਸਰਬਜੀਤ ਸਿੰਘ ਜੀ ਜ਼ਰੂਰ ਹਾਜ਼ਰੀ ਭਰਦੇ ਰਹਿਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅੱਗੇ EPP ਨੰਬਰ 14181 ਜੀ। Am I audible? ਆਵਾਜ਼ ਨਹੀਂ ਆ ਰਹੀ ਜੀ ਤੁਹਾਡੀ। ਹਾਂਜੀ ਹਾਂਜੀ ਆਈ ਆਵਾਜ਼। ਹਾਂਜੀ ਅੱਗੇ ਦਲਵੀਰ ਕੌਰ ਦਲਜੋਤ ਸਿੰਘ ਜੀ। ਦਲਵੀਰ ਕੌਰ ਦਲਜੋਤ ਸਿੰਘ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਮੈਂ ਮੈਡਮ ਆਪਣੇ ਜਿਹੜੇ ਗੁਰੂ ਸਾਹਿਬ ਦੇ ਭਰੋਸੇ ਤੇ, ਵੈਸੇ ਗੁਰੂ ਸਾਹਿਬ ਤੇ ਇੰਨਾ ਭਰੋਸਾ ਜੀ ਕਿ ਗੁਰੂ ਸਾਹਿਬ ਨੇ ਬਹੁਤ ਜ਼ਿਆਦਾ ਜਿਹੜੀ ਝੋਲੀ ਜੀ ਬਰਕਤ ਨਾਲ ਭਰ ਦਿੱਤੀ ਆ। ਜੇਕਰ ਜੀ ਗੁਰੂ ਸਾਹਿਬ ਦੀ ਬਰਕਤ ਆਪਾਂ ਵਿਸ਼ਵਾਸ ਦੀ ਗੱਲ ਕਰੀਏ ਜੀ, ਤਾਂ ਗੁਰੂ ਸਾਹਿਬ ਦੀਆਂ ਬਹੁਤ ਜ਼ਿਆਦਾ ਜੀ ਇੱਕ ਨਹੀਂ ਕਈ ਅਜਿਹੀਆਂ ਚਮਤਕਾਰ ਕਹਿ ਸਕਦੇ ਹਾਂ ਜਿਹੜੇ ਗੁਰੂ ਸਾਹਿਬ ਨੇ ਆਪਣੇ ਸੰਗ ਸਿਰ ਪੂਰੇ ਕਰਤੇ। ਲੇਕਿਨ ਇਹਦੇ ਵਿੱਚ ਸਿਰਫ ਮੈਂ ਤੁਹਾਨੂੰ ਇੱਕ ਜਾਂ ਦੋ ਹੀ ਆਪਣੀਆਂ ਜਿਹੜੇ ਹੈਗੇ ਜਾਣੀ ਕਿ ਤਜਰਬੇ ਉਹ ਤੁਹਾਨੂੰ ਦੱਸਣਾ ਚਾਹਾਂਗੀ ਜੀ। ਜਿੱਦਾਂ ਕਿ ਜੀ ਅਸੀਂ ਜੀ ਜਦੋਂ ਮਕਾਨ ਬਣਾ ਰਹੇ ਸੀ ਜੀ, ਮਕਾਨ ਵਿੱਚ ਅਸੀਂ ਲਿਮਟ ਬਣਾਈ ਹੋਈ ਸੀ ਸਾਡੀ ਜੀ। ਥੋੜੇ ਬਹੁਤੇ ਪੈਸੇ ਇੱਧਰ ਉੱਧਰ ਕਰਕੇ ਚਲੋ ਪੈਸੇ ਬਣਾ ਕੇ ਅਸੀਂ ਮਕਾਨ ਦੁਬਾਰਾ ਥੋੜੀ ਸਾਰੀ ਕਰਾਉਣੀ ਸੀ ਜੀ, ਉਹ ਸ਼ੁਰੂ ਕਰਤੀ ਜੀ। ਜਿਸ ਕਾਰਨ ਕੀ ਹੋਇਆ ਜੀ, ਸਾਡੇ ਕੋਲ ਪੈਸੇ ਦੀ ਥੋੜੀ ਘਾਟ ਪੈ ਗਈ ਸੀ, ਜਿਹੜੇ ਕੰਮ ਵਿਚਾਲੇ ਸੀ। ਤੇ ਫਿਰ ਮੈਨੂੰ ਮੇਰਾ ਕਹਿਣ ਲੱਗੇ ਜੀ ਵੀ ਹੁਣ ਆਪਾਂ ਜਿਹੜੇ ਪੈਸੇ ਚਲੋ ਲਿਮਟ ਵੀ ਜਿਹੜੀ ਕਰਾਈ ਸੀ ਉਹ ਵੀ ਹੁਣ ਆਪਣੀ ਖਤਮ ਹੋ ਗਈ ਆ, ਤੇ ਆਪਾਂ ਹੁਣ ਕਿਵੇਂ ਕਰੀਏ, ਪ੍ਰਬੰਧ ਕਿਵੇਂ ਕਰੀਏ। ਮੈਂ ਕਿਹਾ ਕੋਈ ਗੱਲ, ਕਹਿੰਦੀ ਏਦਾਂ ਆਪਾਂ ਕਰੀਏ ਵੀ ਕਿਸੇ ਤੋਂ ਪੈਸੇ ਮੰਗਣੇ ਤਾਂ ਹੈ ਨਹੀਂ, ਪਰ ਕੋਈ ਐਵੇਂ ਕਰੇ ਕਿ ਪੈਸੇ ਖੁਦ ਆਪਣੇ ਆਪਾਂ ਨੂੰ ਕੋਈ ਦੇ ਜਾਵੇ। ਤੇ ਮੈਂ ਕਿਹਾ ਠੀਕ ਆ ਜੀ ਏਦਾਂ ਹੀ ਹੋਊਗਾ।
ਤੇ ਜੀ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ, ਮੈਂ ਗੁਰੂ ਸਾਹਿਬ ਦੀ ਸਾਡਾ ਕੰਮ ਵਿਚਾਲੇ ਪਿਆ ਤੇ ਵੀ ਸੱਤ ਵੀ ਇਹ ਆ ਵੀ ਕਿਸ ਤੋਂ ਮੰਗਣੇ ਵੀ ਨਹੀਂ ਹੈਗੇ, ਕੋਈ ਖੁਦ ਕੋਈ ਆਪਣੇ ਆਪ ਵੀ ਦੇ ਜਾਵੇ ਜੀ। ਇੰਨੀ ਹੈਰਾਨੀ ਵਾਲੀ ਗੱਲ ਹੋਈ ਜੀ। ਸ਼ਾਮ ਨੂੰ ਸਾਨੂੰ ਸਾਡੇ ਪਾਪਾ ਜੀ ਦੇ ਜਿਹੜੇ ਦੋਸਤ ਸੀਗੇ ਉਹ ਕੈਨੇਡਾ ਵਿੱਚ ਸੈਟਲ ਸੀ ਜੀ, ਉਹਨਾਂ ਨੇ ਸਾਨੂੰ ਫੋਨ ਲਾ ਕੇ ਤੁਹਾਨੂੰ ਜੀ ਮੈਂ ਪੈਸੇ ਭੇਜ ਰਿਹਾ, ਤੁਸੀਂ ਵਰਤ ਲਓ ਜੀ, ਜਦੋਂ ਤੁਹਾਡੇ ਕੋਲ ਹੋਣਗੇ ਉਦੋਂ ਵਾਪਸ ਕਰ ਦਿਓ, ਮੈਨੂੰ ਕੋਈ ਲੋੜ ਵੀ ਨਹੀਂ ਵੀ ਤੁਸੀਂ ਜਲਦੀ ਵਾਪਸ ਕਰਨੇ ਆ। ਵੇਖੋ ਜੀ ਬਿਨਾਂ ਮੰਗੇ ਪੈਸੇ ਸਿਰਫ ਉਸ ਦਿਨ ਸਾਨੂੰ ਫੋਨ ਆ ਜਾਂਦਾ ਕਿ ਤੁਸੀਂ ਸਾਨੂੰ ਸਾਡਾ ਕੰਮ ਸਰ ਜਾਂਦਾ ਹੈ। ਤੇ ਤੁਹਾਨੂੰ ਇੱਕ ਛੋਟੀ ਜਿਹੀ ਮੈਂ ਹੋਰ ਦੱਸਣਾ ਚਾਹਾਂਗੀ ਜੀ, ਜਦੋਂ ਜਿਹੜੇ ਮੇਰੇ ਬੱਚੇ ਸੀ ਜੀ ਉਦੋਂ ਮੇਰੇ ਖਿਆਲ 4 ਸਾਲ ਦੀ ਬੇਟੀ ਸੀ, ਬੇਟਾ ਥੋੜਾ ਉਸ ਤੋਂ ਵੀ ਛੋਟਾ ਸੀ ਜੀ। ਜਦੋਂ ਅਸੀਂ ਨਿਤਨੇਮ ਸਿਮਰਨ ਕਰਨਾ ਜੀ, ਮੈਂ ਸਿਮਰਨ ਕਰਨ ਦੇ ਵੇਲੇ ਨਾ ਮੈਂ ਆਪਣੇ ਬੱਚਿਆਂ ਨੂੰ ਕਹਿਣਾ ਵੀ ਤੁਸੀਂ ਮੇਰੇ ਨਾਲ ਬਹਿ ਜਾਓ, ਵੀ ਤੁਸੀਂ ਆਪ ਬਹਿ ਕੇ ਵਾਹਿਗੁਰੂ ਦਾ ਹੋਇਆ ਕੀ ਜੀ। ਮੈਂ ਨਾ ਬੱਤੀ ਬੰਦ ਕਰ ਲੈਣੀ, ਮੈਂ ਕਿਹਾ ਲਾਈਟ ਬੰਦ ਕਰਕੇ ਗੁਰੂ ਸਾਹਿਬ ਵਿੱਚ ਮਤਲਬ ਸਾਹਿਬ ਵਿੱਚ ਧਿਆਨ ਜੁੜ ਜਾਂਦਾ, ਤੇ ਬੱਤੀ ਬੰਦ ਕਰ ਲਈ ਜੀ। ਰਾਤ ਨੂੰ ਮੈਂ ਸਿਮਰਨ ਕਰਦੀ ਸੀ, ਗੁਰੂ ਮੰਤਰ ਦਾ ਜੀ। ਬੱਚੀ ਮੇਰੇ ਕੋਲ ਬਹਿ ਗਈ ਜੀ, ਮੇਰੀ ਬੇਟੀ ਮੇਰੇ ਕੋਲ ਬੈਠੀ, ਉਹ ਸਿਰਫ 3-4 ਸਾਲਾਂ ਦੀ ਸੀ ਜੀ। ਕੋਈ ਗੱਲ ਜੀ ਕਿਵੇਂ ਸਾਡੇ ਉਹ ਰੂਮ ਦੇ ਵਿੱਚ ਕੋਈ ਸੱਪ ਆ ਗਿਆ ਜੀ, ਬਹੁਤ ਵੱਡਾ ਤੇ ਬਹੁਤ ਮੋਟਾ ਸੱਪ ਜੀ, ਪਰ ਸਾਨੂੰ ਕੋਈ ਪਤਾ ਨਹੀਂ ਵੀ ਉਹ ਕਦੋਂ ਆਇਆ ਜਾਂ ਕਦੋਂ ਬੈਠਾ ਜੀ। ਅਸੀਂ ਉਹਨੇ ਪਾਠ ਕਰਦੇ ਪਏ ਹਾਂ, ਉਹ ਸੱਪ ਬਿਲਕੁਲ ਸਾਡੇ ਕੋਲੇ ਆ ਕੇ ਇਹਦੇ ਨੇੜੇ ਬੈਠਾ, ਉਹਨੇ ਸਾਨੂੰ ਕਿਸੇ ਨੂੰ ਡੰਗ ਨਹੀਂ ਮਾਰਿਆ, ਸਾਨੂੰ ਕੁਛ ਨਹੀਂ ਪਤਾ ਜੀ। ਜਦੋਂ ਸਿਮਰਨ ਕਰਨ ਤੋਂ ਬਾਅਦ ਅਸੀਂ ਬਾਹਰ ਤਾਂ ਲੱਗੀ, ਜਦੋਂ ਮੈਂ ਲਾਈਟ ਲਗਾਈ ਜੀ, ਉਹ ਮੇਰੇ ਕੋਲ ਉੱਥੇ ਸੱਪ ਬੈਠਾ ਜੀ। ਮੈਂ ਤੇ ਮਤਲਬ ਕਿ ਸੁਣ ਕੇ ਵੀ ਆਪਾਂ ਕਹਿੰਦੇ ਗੁਰੂ ਸਾਹਿਬ ਆਪਣੇ ਜਦੋਂ ਆਪਾਂ ਨਾ ਸਿਮਰਨ ਕਰਦੇ ਹਾਂ ਬਿਲਕੁਲ ਆਪਣੇ ਉਹ ਨਾਲ ਅੰਗ ਸੰਗ ਨੇ ਜੀ। ਜਦੋਂ ਆਪਾਂ ਕਹਿੰਦੇ ਮੈਨੂੰ ਸਾਨੂੰ ਗੁਰੂ ਸਾਹਿਬ ਤੇ ਵਿਸ਼ਵਾਸ ਕਰਨਾ ਚਾਹੀਦਾ, ਦੇਖੋ ਜੀ ਮੈਨੂੰ ਵਿਸ਼ਵਾਸ ਆਪ ਵੀ ਬਹੁਤ ਰੜਕਦਾ, ਮੈਨੂੰ ਤਾਂ ਰੜਕਦਾ ਜੀ। ਮੈਂ ਕਹਿੰਦਾ ਵੀ ਵਿਸ਼ਵਾਸ ਆਪ ਕਿਉਂ ਕਹਿੰਦੇ ਆ ਜੀ, ਕਿਉਂਕਿ ਜਿਹੜਾ ਆਪਾਂ ਮੰਨ ਲਓ ਆਪਣਾ ਜਿਹੜਾ ਦੁਨਿਆਵੀ ਪਿਤਾ, ਆਪਾਂ ਨੂੰ ਪਤਾ ਵੀ ਸਾਡੇ ਪਿਤਾ ਨੇ, ਕੀ ਆਪਾਂ ਨੂੰ ਕਹਿ ਸਕਾਂਗੇ ਵੀ ਵਿਸ਼ਵਾਸ ਕਰੋ ਸਾਡੇ ਪਿਤਾ ਨੇ। ਫਿਰ ਆਪਾਂ ਜਿਹੜੇ ਸਾਡੇ ਦੁਨਿਆਵੀ ਪਿਤਾ ਨੂੰ ਆਪਾਂ ਮੰਨਦੇ ਹਾਂ ਜੀ, ਜਿਹੜੇ ਸਾਡੇ ਜਗਤ ਦੇ ਪਿਤਾ ਨੇ ਉਹ ਆਪਾਂ ਫਿਰ ਵਿਸ਼ਵਾਸ ਕਿਉਂਕਿ ਸਾਡੇ ਪਿਤਾ ਹੈ ਹੀ ਨਹੀਂ ਜੀ, ਸਾਨੂੰ ਉਸ ਤੋਂ ਉੱਪਰ ਤਾਂ ਕਿਸੇ ਹੈ ਹੀ ਨਹੀਂ ਜੀ। ਬਹੁਤ ਜ਼ਿਆਦਾ ਏਦਾਂ ਦੀ ਮੇਰੀ ਜ਼ਿੰਦਗੀ ਵਿੱਚ ਤਜਰਬੇ ਹੈਗੇ ਆ ਜੀ, ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਸਾਰੇ ਕਿਵੇਂ ਪੂਰੇ ਕਰਤੇ। ਬਸ ਜੋ ਰੱਬ ਹੀ ਜਾਣਦਾ, ਮੈਂ ਤੈਨੂੰ ਇਹ ਕਹਿਣਾ ਚਾਹੂੰਗੀ ਵੀ ਜੇ ਆਪਾਂ ਗੁਰੂ ਨੂੰ ਭੁੱਲ ਗਏ ਜੀ, ਕੁਝ ਵੀ ਨਹੀਂ ਬਣਨਾ, ਕੁਛ ਵੀ ਨਹੀਂ ਮੰਨਣਾ ਪੈਣਾ ਜੀ। ਜੋ ਕੁਛ ਲੈਣਾ ਸਿਰਫ ਤੇ ਸਿਰਫ ਆਪਣੇ ਜਿਹੜੇ ਵਾਹਿਗੁਰੂ ਨੇ ਅਕਾਲ ਪੁਰਖ ਜੀ ਉਹ ਦੇ ਸਕਦਾ ਜੀ। ਬਸ ਗੁਰੂ ਸਾਹਿਬ ਤੇ ਵਿਸ਼ਵਾਸ ਤੇ ਉਹਨਾਂ ਤੋਂ ਲੋੜ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਭੈਣ ਜੀ ਦਾ, ਜਿਵੇਂ ਇਹਨਾਂ ਨੇ ਦੱਸਿਆ ਕਿ ਗੁਰੂ ਨਾਲ ਪਿਆਰ ਪੈ ਜੀ ਤੇ ਗੁਰੂ ਸ਼ਰਤਾਂ ਵੀ ਮੰਨਦਾ ਹੈਗਾ, ਗੁਰੂ ਨਾਲ ਸ਼ਰਤਾਂ ਵੀ ਰੱਖੀਆਂ ਜਾਂਦੀਆਂ ਨੇ ਪਿਆਰ ਵਿੱਚ। ਜਦੋਂ ਗੁਰੂ ਨਾਲ ਪਿਆਰ ਪੈ ਜਾਂਦਾ ਤੇ ਫਿਰ ਗੁਰੂ ਸਾਡਾ ਭਰੋਸਾ ਰੱਖਣ ਦੇ ਸ਼ਰਤਾਂ ਵੀ ਮੰਨਦਾ। 11822 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੇਟਾ ਸੰਖੇਪ ਦੇ ਵਿੱਚ ਹੈ ਨਾ। ਹਾਂਜੀ ਵਾਹਿਗੁਰੂ ਜੀ, ਮੈਂ ਗੁਰੂ ਦੇ ਭਰੋਸੇ ਤੇ ਮੈਂ ਇੱਕ ਸਟੋਰੀ ਸ਼ੇਅਰ ਕਰਨਾ ਚਾਹਾਂਗੀ ਕਿ ਇੱਕ ਲੜਕੀ ਹੁੰਦੀ ਸੀ ਤੇ ਉਸਨੂੰ ਉਹ ਅਨਮੈਰਿਡ ਸੀ, ਬਟ ਉਸਨੂੰ ਫਿਰ ਵੀ ਹਜੇ ਵੀ ਅਨਮੈਰਿਡ ਸੀ ਹਜੇ ਉਹ, ਤਾਂ ਉਸਨੂੰ ਬਹੁਤ ਗੁਰੂ ਤੇ ਭਰੋਸਾ ਸੀ, ਬਹੁਤ ਹੀ ਉਹਨੂੰ ਗੁਰੂ ਤੇ ਵਿਸ਼ਵਾਸ ਸੀ। ਹਰ ਰੋਜ਼ ਗੁਰਦੁਆਰਾ ਸਾਹਿਬ ਜਾਂਦੀ, ਹੁਕਮਨਾਮਾ ਵੀ ਆਪ ਲੈਂਦੀ ਸੀ ਤੇ ਪਾਠ ਵੀ ਕਰਦੀ ਹਰ ਰੋਜ਼। ਤੇ ਜਦੋਂ ਉਸਦੀ ਮੈਰਿਜ ਹੋਈ ਤਾਂ ਜਿਹੜੇ ਉਸਦੇ ਸਹੁਰਾ ਪਰਿਵਾਰ ਸੀ ਉਸਦਾ, ਤੇ ਉਸਦੇ ਫਾਦਰ ਇਨ ਲਾਅ ਸਨ ਜਿਹੜੇ, ਉਸ ਤੋਂ ਬਹੁਤ ਉਹ ਕਰਦੇ ਸਨ ਕਿ ਇਹ ਹਰ ਰੋਜ਼ ਗੁਰਦੁਆਰਾ ਸਾਹਿਬ ਜਾਂਦੀ ਹੈ, ਵੀ ਅਸੀਂ ਤਾਂ ਗੁਰਦੁਆਰਾ ਸਾਹਿਬ ਨੂੰ ਨਹੀਂ ਮੰਨਦੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨਦੇ। ਤਾਂ ਉਹਨਾਂ ਨੇ ਬਹੁਤ ਉਹ ਕਰਦੇ ਸਨ, ਔਰ ਫੈਮਿਲੀ ਉਹਨਾਂ ਦੀ ਬਹੁਤ ਉਹ ਕਰਦੀ ਸੀ। ਤੇ ਇੱਕ ਦਿਨ ਫਿਰ ਉਹਨਾਂ ਨੇ ਉਹਨਾਂ ਦੇ ਫਾਦਰ ਇਨ ਲਾਅ ਨੇ ਕਿਹਾ ਕਿ ਜੇਕਰ ਤੈਨੂੰ ਗੁਰੂ ਸਾਹਿਬ ਤੇ ਤੇਰੇ ਗੁਰੂ ਸਾਹਿਬ ਤੇ ਇੰਨਾ ਭਰੋਸਾ ਹੈ ਤਾਂ ਤੂੰ ਮੈਨੂੰ ਵੀ ਤੂੰ ਇਹ ਹੋ ਸਕਦਾ ਹੈ ਜੇ ਤੇਰਾ ਗੁਰੂ ਇੰਨਾ ਹੀ ਸਮਰੱਥ ਹੈ ਹਰ ਇੱਕ ਗੱਲ ਵਿੱਚ, ਤਾਂ ਇਹ ਹੋ ਸਕਦਾ ਹੈ ਕਿ ਤੇਰਾ ਗੁਰੂ ਤੇਰੇ ਕੋਲ ਆਪ ਚੱਲ ਕੇ ਆਵੇ। ਤਾਂ ਉਹ ਉਸ ਦਿਨ ਉਹ ਕਹਿੰਦੀ ਉਹ ਉਹਨਾਂ ਦਾ ਆਪਣੇ ਕਰ ਲੈਂਦੀ ਹੈ, ਐਕਸੈਪਟ ਕਰ ਲੈਂਦੀ ਹੈ। ਤਾਂ ਉਹ ਕਹਿੰਦੀ ਹੈ ਕੋਈ ਨਾ, ਮੈਨੂੰ ਮੇਰੇ ਗੁਰੂ ਤੇ ਇੰਨਾ ਭਰੋਸਾ ਹੈ ਤੇ ਉਹ ਮੇਰੇ ਆਪਣੇ ਘਰ ਖੁਦ ਚੱਲ ਕੇ ਆਉਣਗੇ। ਤੇ ਉਸ ਤੋਂ ਬਾਅਦ ਫਿਰ ਉਹ ਸਾਰਾ ਦਿਨ ਪਾਠ ਕਰਦੀ ਰਹੀ, ਸਾਰਾ ਦਿਨ ਪਾਠ ਕਰਦੀ ਰਹੀ ਤੇ ਸਾਰਾ ਦਿਨ ਉਹ ਨਾਮ ਜਪਦੀ ਰਹੀ। ਤੇ ਉਹਨਾਂ ਨੇ ਇਹੀ ਕਹਿੰਦੀ ਰਹੀ ਕਿ ਵਾਹਿਗੁਰੂ ਜੀ ਪਲੀਜ਼ ਮੇਰੀ ਲਾਜ ਰੱਖ ਲੈਣਾ, ਪਲੀਜ਼ ਮੇਰਾ ਭਰੋਸਾ ਨਾ ਤੋੜਨਾ। ਤੇ ਉਹ ਫਿਰ ਅਗਲੀ ਸਵੇਰ ਨਾ ਉਹ ਗੁਰਦੁਆਰਾ ਸਾਹਿਬ ਨਹੀਂ ਗਈ ਕਿ ਉਹਨਾਂ ਦੇ ਫਾਦਰ ਇਨ ਲਾਅ ਨੇ ਕਿਹਾ ਸੀ, ਸਾਰੀ ਫੈਮਿਲੀ ਨੇ ਕਿਹਾ ਸੀ, ਤਾਂ ਉਹ ਨਹੀਂ ਗਈ। ਤੇ ਉਸ ਦਿਨ ਉਹ ਦੇਖ ਰਹੇ ਸਨ
ਕਿ ਬਹੁਤ ਦੇਰ ਹੋ ਗਈ ਤੇ ਉਹ ਕਹਿ ਰਹੇ ਸਨ ਕਿ ਹਜੇ ਤੱਕ ਤੇਰੇ ਜਿਹੜਾ ਗੁਰੂ ਹੈ ਉਹ ਆਪ ਤਾਂ ਚੱਲ ਕੇ ਆਇਆ ਨਹੀਂ। ਤਾਂ ਇਸ ਤਰ੍ਹਾਂ ਕਹਿਣ ਲੱਗੇ। ਤਾਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਥੋੜੀ ਉਸ ਦਿਨ ਮੀਂਹ ਪੈ ਰਿਹਾ ਸੀ ਤੇ ਗੁਰਦੁਆਰਾ ਸਾਹਿਬ ਦੀ ਜੋ ਛੱਤ ਹੈ ਨਾ ਉਹ ਚੋ ਰਹੀ ਸੀ, ਤੇ ਉਸਦੀ ਮੁਰੰਮਤ ਕਰਵਾਉਣੀ ਸੀ। ਤਾਂ ਉਹਨਾਂ ਦੇ ਖਿਆਲ 'ਚ ਆਇਆ, ਗ੍ਰੰਥੀ ਸਿੰਘ ਦੇ ਖਿਆਲ ਵਿੱਚ ਆਇਆ ਕਿ ਇੱਕ ਜਿਹੜੀ ਲੜਕੀ ਹੈਗੀ ਹੈ ਉਹ ਬਹੁਤ ਸੇਵਾ ਕਰਦੀ ਹੈ, ਹਰ ਰੋਜ਼ ਸਵੇਰੇ ਬਹੁਤ ਜਲਦੀ ਉੱਠ ਕੇ ਹੁਕਮਨਾਮਾ ਲੈਂਦੀ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪਾਠ ਵੀ ਆਪ ਕਰਦੀ ਹੈ। ਤੇ ਅਸੀਂ ਉਹਨਾਂ ਘਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਕਰ ਦਿੰਦੇ ਹਾਂ ਉਹਨਾਂ ਦੇ ਘਰ। ਤਾਂ ਉਹ ਉਹਨਾਂ ਦੇ ਘਰ ਗਏ ਜਦੋਂ, ਤਾਂ ਉਹਨਾਂ ਨੇ ਫਿਰ ਉਹਨਾਂ ਨੇ ਜਦੋਂ ਉਹਨਾਂ ਦੀ ਬੈਲ ਵੱਜੀ ਦਰਵਾਜ਼ੇ ਦੀ, ਤਾਂ ਉਹ ਲੜਕੀ ਭੱਜ ਕੇ ਗਈ ਕਿ ਮੇਰੇ ਪੱਕਾ ਮੇਰੇ ਗੁਰੂ ਸਾਹਿਬ ਜੀ ਹੋਣਗੇ। ਤਾਂ ਉਹਨਾਂ ਨੇ ਫਟਾਫਟ ਗਈ, ਤਾਂ ਉਸਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਸੱਚੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨ। ਤਾਂ ਜਦੋਂ ਉਹਨਾਂ ਨੇ ਸਾਰਾ ਕੁਝ ਦੱਸਿਆ ਕਿ ਅਸੀਂ ਤੁਹਾਡੇ ਘਰ ਵਿੱਚ ਪ੍ਰਕਾਸ਼ ਕਰਨਾ ਚਾਹੁੰਦੇ ਹਾਂ, ਤਾਂ ਜਿਹੜੇ ਉਸਦੇ ਫਾਦਰ ਇਨ ਲਾ ਸਨ ਨਾ, ਜੋ ਉਸ ਤੋਂ ਬਹੁਤ ਉਹ ਕਰਦੇ ਸਨ ਕਿ ਤੈਨੂੰ ਇਹ ਉੱਤੇ ਭਰੋਸਾ ਹੈ ਤੇ ਇਹ ਤੇ ਆਪ ਚੱਲ ਕੇ ਆ ਸਕਦੇ ਨੇ। ਤਾਂ ਉਹ ਵੀ ਹੈਰਾਨ ਹੋ ਗਏ, ਉਹਨਾਂ ਦੀ ਸਾਰੀ ਫੈਮਿਲੀ ਹੈਰਾਨ ਹੋ ਗਈ। ਤੇ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਪਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ ਹੈ, ਕਿਉਂਕਿ ਪਰਮਾਤਮਾ ਹੈ ਜੋ ਸਭ ਕੁਝ ਕਰ ਸਕਦਾ ਹੈ ਤੇ ਜੋ ਬੰਦਾ ਕੁਝ ਨਹੀਂ ਕਰ ਸਕਦਾ। ਤੇ ਅਸੀਂ ਪਰਮਾਤਮਾ ਹਾਂਜੀ ਵਾਹਿਗੁਰੂ ਜੀ। ਤੇ ਇਹ ਵੀਡੀਓ ਹੈ ਇਹ ਕੁਐਸਚਨ ਵਾਲੇ ਗਰੁੱਪ ਵਿੱਚ ਵੀ ਆਈ ਸੀ, ਤੁਸੀਂ ਸਾਰਿਆਂ ਨੇ ਸੁਣੀ ਹਾਂਜੀ ਹੋਈ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ। ਸਾਡਾ ਭਰੋਸਾ ਇਸੇ ਤਰ੍ਹਾਂ ਗੁਰੂ ਸਾਹਿਬ ਤੇ ਬਣਿਆ ਰਵੇ। ਸੋ ਇੱਕ ਵਾਰੀ ਫਿਰ ਤੋਂ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਵੱਲੋਂ ਵੀਰ ਸਰਬਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਵੀਰ ਜੀ ਕੁਛ ਕਹਿਣਾ ਚਾਹੁੰਦੇ ਆ ਤੇ ਕਹਿ ਸਕਦੇ ਆ ਜੀ। ਜੇ ਵੀਰ ਜੀ ਕੋਈ ਮੈਸੇਜ ਸੁਨੇਹਾ ਦੇਣਾ ਚਾਹੁੰਦੇ ਤੇ ਦੇ ਸਕਦੇ ਆ ਜੀ। ਨਹੀਂ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇੰਨਾ ਸਮਾਂ ਕੱਢਿਆ ਬੱਚਿਆਂ ਦੇ ਲਈ। ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਕੱਲ ਨੂੰ ਫਿਰ 4 ਵਜੇ ਮਿਲਦੇ ਆ ਜੀ। ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।